ਸਭ ਤੋਂ ਹੈਰਾਨੀ ਦੀ ਗੱਲ ਇਹ ਸੀਗੀ ਕਿ ਜਿਨ੍ਹਾਂ ਨੇ ਗਾਤਰਾ ਪਾਇਆ ਹੋਇਆ ਸੀ, ਮਤਲਬ ਜਿਹੜੇ 5 ਕਕਾਰ ਸਾਡੀ ਕਿਰਪਾਨ ਮਤਲਬ ਉਹਦੇ ਵਿੱਚ ਇੱਕ ਹਿੱਸਾ ਬਣੀ ਆਉਂਦੀ ਆ ਤੇ ਉਹਨਾਂ ਉੱਤੇ ਉਹਨਾਂ ਨੇ ਅਟੈਂਪਟ ਟੂ ਆਰਮਸ ਐਕਟ ਲਗਾ ਦਿੱਤੀ ਗਈ। ਅਟੈਂਪਟ ਟੂ ਮਰਡਰ ਚਲੋ 307 ਤਾਂ ਲੱਗੇ ਗਏ ਸੀ, ਪਰ ਉਹਨਾਂ ਤੇ ਆਰਮਸ ਐਕਟ ਦਾ ਪਰਚਾ ਕਿ ਹਥਿਆਰ ਯੂਜ਼ ਕੀਤਾ ਗਿਆ ਕਿਸੇ ਨਾ ਕਿਸੇ ਨੂੰ ਅਟੈਂਪਟ ਟੂ ਮਰਡਰ ਕਰਨ ਦੇ ਲਈ। ਤੇ ਬਾਈ ਜੀ ਇੱਥੇ ਇੱਕ ਹੋਰ ਸਵਾਲ ਨਿਕਲਦਾ ਹੈ ਕਿ ਜਿਵੇਂ ਤੁਸੀਂ ਹੁਣ ਉੱਥੇ ਪਹੁੰਚੇ ਤੇ ਤੁਹਾਡੇ ਦਿਮਾਗ ਦੇ ਜਾਂ ਤੁਹਾਡੇ ਮਨ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਇਆ ਕਿ ਮੈਂ ਆਪਣਾ ਕੰਮ ਕਰ ਛੱਡ ਕੇ ਕਿਉਂ ਜਾਵਾਂ? ਕਿਉਂਕਿ ਦੇਖੋ ਜੀ, ਮੇਰੇ ਕੋਲ ਜ਼ਮੀਨ ਤਾਂ ਨਹੀਂ ਪਰ ਜ਼ਮੀਰ ਤਾਂ ਹੈ ਨਾ, ਹਨਾ। ਇਹ ਜਾ ਰਹੇ ਆ, ਇਹ ਪੈਸਾ ਤਾਂ ਸਾਰੀ ਜ਼ਿੰਦਗੀ ਬੰਦਾ ਕਮਾ ਸਕਦਾ, ਪਰ ਮੈਂ ਪਰਸਨਲੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਮੈਂ 5 ਸਾਲ ਹੋ ਗਏ ਮੈਨੂੰ ਵਕਾਲਤ ਕਰਦੇ ਨੂੰ। ਉਸ ਹਫ਼ਤੇ ਦੇ ਵਿੱਚ ਜਾਂ ਜੋ ਕੁਝ ਮੈਂ ਸਿੱਖਿਆ ਜਾਂ ਜੋ ਕੁਝ ਵੀ ਮੈਂ ਦੇਖਿਆ ਜਾਂ ਉਹ ਸੇਵਾ ਨਿਭਾਈ, ਜੋ ਉਹ ਕੰਮ ਕਰਕੇ ਦਿਲ ਨੂੰ ਸਕੂਨ ਮਿਲਿਆ, ਹੋ ਸਕਦਾ ਕਿ ਮੈਂ 5 ਸਾਲ ਦੇ ਵਕਾਲਤ ਦੇ ਅਰਸੇ ਵਿੱਚ ਜੋ ਪੈਸਾ ਵੀ ਕਮਾਇਆ ਉਹਦੀ ਕੋਈ ਬਰਾਬਰੀ ਨਹੀਂ ਹੋ ਸਕਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਮੈਂ ਦਵਿੰਦਰ ਮੰਡ, ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਪੂਜਾ ਸੰਧੂ ਜੀ। ਸਤਿ ਸ਼੍ਰੀ ਅਕਾਲ ਪੂਜਾ ਜੀ। ਸਤਿ ਸ਼੍ਰੀ ਅਕਾਲ ਦਵਿੰਦਰ ਜੀ, ਕੀ ਹਾਲ ਚਾਲ? ਬਹੁਤ ਵਧੀਆ, ਠੀਕ ਠਾਕ ਹੋ ਜੀ। ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਗੱਲ ਪੰਜਾਬ ਦੀ। ਕਿਸਾਨ ਅੰਦੋਲਨ ਸਿਖਰਾਂ ਤੇ ਸੀ, ਪਰ 26 ਜਨਵਰੀ ਦੀ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਲਾਪਤਾ ਨੇ, ਜੇਲ੍ਹਾਂ ਵਿੱਚ ਬੰਦ ਨੇ। ਸੋ ਪਰਿਵਾਰਕ ਮੈਂਬਰਾਂ ਦੀ ਚਿੰਤਾ ਨੂੰ ਦੇਖਦੇ ਹੋਏ ਤੇ ਉਹਨਾਂ ਲੋਕਾਂ ਨੂੰ ਲੱਭਣ ਵਾਸਤੇ, ਉਹਨਾਂ ਦੀ ਖੋਜ ਕਰਨ ਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਟੀਮ ਬਣਾਈ ਗਈ ਵਕੀਲਾਂ ਦੀ। ਤੇ ਉਹਨਾਂ ਟੀਮ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ। ਤੇ ਅੱਜ ਮੇਰੇ ਨਾਲ ਇਸ ਸਟੂਡੀਓ ਦੇ ਵਿੱਚ ਗੌਰਵ ਕੌਸ਼ਲ ਜੀ ਮੌਜੂਦ ਨੇ, ਜੋ ਕਿ ਐਡਵੋਕੇਟ ਨੇ ਤੇ ਉਸ ਟੀਮ ਦਾ ਹਿੱਸਾ ਨੇ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿੰਨੇ ਕੁ ਲੋਕ ਜਿਹੜੇ ਨੇ ਹਜੇ ਤੱਕ ਲੱਭ ਲਏ ਗਏ ਨੇ, ਕਿੰਨੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਕਿੰਨੇ ਲੋਕਾਂ ਦੀ ਜ਼ਮਾਨਤ ਹੋ ਚੁੱਕੀ ਹੈ। ਸਾਰੀ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਪੰਜਾਬੀ ਨੈਸ਼ਨਲ ਟੀਵੀ ਦਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਇਹਨਾਂ ਰੱਬ ਵਰਗੀਆਂ ਰੂਹਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ। ਧੰਨਵਾਦ ਬਾਈ ਜੀ। ਬਾਈ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਦੋਂ 26 ਵਾਲੀ ਘਟਨਾ ਹੋਈ, ਉਸ ਤੋਂ ਬਾਅਦ ਜਿਹੜੇ ਨੌਜਵਾਨ ਸੀ, ਕਈਆਂ ਦੀ ਗ੍ਰਿਫਤਾਰੀ ਹੋਈ, ਕਈ ਲਾਪਤਾ ਹੋਏ, ਤੇ ਤੁਹਾਡੇ ਤੱਕ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਅਪਰੋਚ ਕਿਵੇਂ ਹੋਈ? ਤੁਹਾਡੇ ਤੱਕ ਇਹ ਕਿਵੇਂ ਗੱਲ ਪਹੁੰਚੀ? ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਜਿਹੜਾ ਵਕੀਲ ਭਾਈਚਾਰਾ ਸੀਗਾ, ਜਿੰਨੀਆਂ ਵੀ ਸਾਡੀਆਂ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਆ, ਉਹਨਾਂ ਨੇ ਜਦੋਂ ਦੇ ਅੰਦੋਲਨ ਦੀ ਸਟਾਰਟਿੰਗ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਇਹ ਆਸਵਾਸ਼ਨ ਦਵਾਇਆ ਕਿ ਆਪਣੇ ਮੈਮੋਰੈਂਡਮ ਪਾਏ, ਰੈਜ਼ੋਲੂਸ਼ਨ ਪਾਏ ਕਿ ਅਸੀਂ ਇਸ ਅੰਦੋਲਨ ਦੇ ਨਾਲ ਆ ਤੇ ਅਸੀਂ ਇਸ ਅੰਦੋਲਨ ਨੂੰ ਪਹਿਲੇ ਹੀ ਦਿਨ ਤੋਂ ਸਮਰਥਨ ਕੀਤਾ ਤੇ ਕਰਦੇ ਆ ਰਹੇ ਹਾਂ। ਤੇ ਉਸ ਤੋਂ ਬਾਅਦ ਜਿਹੜੀ ਸਾਡੀ ਜ਼ਰੂਰਤ ਮਹਿਸੂਸ ਹੋਈ ਆ, ਉਹ ਜੋ 26 ਦੀ ਘਟਨਾ, ਜਿਹਨੂੰ ਘਟਨਾ ਦਾ ਨਾਮ ਦੇ ਦਿੱਤਾ ਗਿਆ, ਜੋ 26 ਨੂੰ ਹੋਇਆ, ਉਸ ਤੋਂ ਬਾਅਦ ਮਹਿਸੂਸ ਹੋਈ। ਕਿਉਂਕਿ ਉੱਥੇ ਦੀ ਪੁਲਿਸ ਨੇ, ਦਿੱਲੀ ਪੁਲਿਸ ਨੇ ਬਹੁਤ ਹੀ ਮਤਲਬ ਨਜਾਇਜ਼ ਪਰਚੇ ਮਤਲਬ ਕਿ ਨੌਜਵਾਨਾਂ ਅਤੇ ਬਜ਼ੁਰਗਾਂ ਉੱਤੇ, ਬੱਚਿਆਂ ਉੱਤੇ ਮਤਲਬ ਕੀਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪਰਚੇ ਹੋਏ ਵੀ ਉਹਨਾਂ ਦੇ ਉੱਤੇ। ਤੇ ਉੱਥੇ ਬਾਅਦ ਸਾਨੂੰ ਇੱਕ ਮਤਲਬ ਕਾਲ ਆਈ, ਮਤਲਬ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਜਿਹੜੇ ਆ ਕੋਈ ਵੀ ਵਿਲਿੰਗਲੀ ਕੋਈ ਵਕੀਲ ਹੈ ਜਿਹੜਾ ਪੰਜਾਬ 'ਚੋਂ, ਹਰਿਆਣੇ 'ਚੋਂ ਜਾਂ ਚੰਡੀਗੜ੍ਹ ਦੇ ਵਿੱਚੋਂ ਕੋਈ ਵਿਲਿੰਗਲੀ ਆ ਕੇ ਉਹਨਾਂ ਦੀ ਸਹਾਇਤਾ ਲਈ ਜੇ ਕੋਈ ਆਉਣਾ ਚਾਹੁੰਦਾ ਤਾਂ ਆ ਸਕਦਾ ਹੈ। ਤੇ ਆਪਣੇ ਸੀਨੀਅਰ ਵਕੀਲ ਸਾਹਿਬ ਨੇ ਹਾਕਮ ਸਿੰਘ ਜੀ, ਉਹਨਾਂ ਦੀ ਇਹ ਕਾਲ ਸੀ। ਉਸ ਤੋਂ ਬਾਅਦ ਜਿਹੜੀ ਸਾਡੀ ਮੀਟਿੰਗ ਕੰਡਕਟ ਕੀਤੀ ਗਈ, ਉਹ ਕੀਤੀ ਗਈ ਰਕਾਬਗੰਜ ਸਾਹਿਬ ਗੁਰਦੁਆਰਾ ਵਿਖੇ ਮੀਟਿੰਗ ਕੰਡਕਟ ਹੋਈ, ਜਿੱਥੇ ਇਹ ਡਿਸਾਈਡ ਕੀਤਾ ਗਿਆ ਕਿ ਇਹ ਜਿਹੜਾ ਵੀ ਅਸੀਂ ਕੰਮ ਕਰਾਂਗੇ ਮਤਲਬ ਮੁਫਤ ਕਰਾਂਗੇ, ਕੋਈ ਵਕੀਲ ਸਾਹਿਬਾਨ ਕੋਈ ਫੀਸ ਨਹੀਂ ਲਊਗਾ, ਜੋ ਕੋਈ ਟਾਈਪਿੰਗ ਦੀ ਕਾਸਟ ਵੀ ਆਊਗੀ, ਜੋ ਕੁਝ ਵੀ ਹੋਊਗਾ ਸਾਰੇ ਆਪਾਂ ਪੱਲੇ ਹੀ ਕਰਾਂਗੇ। ਤੇ ਉਹਦੇ ਵਿੱਚ ਲਗਭਗ 150 ਵਕੀਲ ਸਾਹਿਬਾਨ ਆ ਜਿਨ੍ਹਾਂ ਨੇ ਮਤਲਬ ਵਿਲਿੰਗਲੀ ਮਤਲਬ ਉਹਨੂੰ ਮੰਨਿਆ ਤੇ ਕਿਹਾ ਕਿ ਠੀਕ ਹੈ ਅਸੀਂ ਫ੍ਰੀ ਆਫ ਕਾਸਟ ਕੰਮ ਕਰਨ ਦੇ ਲਈ ਤਿਆਰ ਹਾਂ। ਤੇ ਉੱਥੋਂ ਸਾਡੀ ਟੀਮ ਬਣ ਗਈ, ਜਿਨ੍ਹਾਂ ਨੇ ਉਸ ਤੋਂ ਬਾਅਦ ਆਪਣਾ ਸੰਘਰਸ਼ ਕਮੇਟੀ ਜਿਹੜੀ ਆ, ਕਿਸਾਨ ਸੰਘਰਸ਼ ਕਮੇਟੀ ਆ, ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਨਾਲ ਰਲ ਕੇ ਕੰਮ ਕਰਨ ਦਾ ਫੈਸਲਾ ਲਿਆ ਜੀ। ਤੇ ਫਿਰ ਕਿਵੇਂ ਪਤਾ ਲੱਗਿਆ ਜਦੋਂ ਤੁਸੀਂ ਇਸ ਟੀਮ ਨੂੰ ਜੁਆਇਨ ਕਰ ਲਿਆ? ਉਸ ਤੋਂ ਬਾਅਦ ਫਿਰ ਕਿੱਦਾਂ ਤੁਹਾਡਾ ਪ੍ਰੋਸੈਸ ਸਟਾਰਟ ਹੋਇਆ? ਕਿਵੇਂ ਪਤਾ ਲੱਗਿਆ ਕਿ ਲੋਕ ਜਿਹੜੇ ਨੇ ਕਿੰਨੇ ਜੇਲ੍ਹਾਂ ਦੇ ਵਿੱਚ ਬੰਦ ਨੇ? ਕਿਉਂਕਿ ਕੁਝ ਵੀ ਨਹੀਂ ਪਤਾ ਸੀਗਾ, ਲੋਕ ਬਹੁਤ ਜ਼ਿਆਦਾ ਲਾਪਤਾ ਸੀ, ਪਰ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਉਹ ਕਿੱਥੇ ਨੇ ਜਾਂ ਜੇਲ੍ਹਾਂ ਵਿੱਚ ਹੈ ਵੀ ਜਾਂ ਨਹੀਂ, ਜਾਂ ਦਿੱਲੀ ਪੁਲਿਸ ਵੱਲੋਂ ਕੋਈ ਵੀ ਇੱਦਾਂ ਦਾ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਸੀ। ਤੇ ਉਸ ਦੇ ਬਾਰੇ ਦੱਸੋ ਕਿ ਤੁਹਾਨੂੰ ਫਿਰ ਕਿੱਦਾਂ ਪਤਾ ਲੱਗਿਆ ਇਹ ਸਾਰਾ? ਜਦੋਂ ਸਾਡੀ 150 ਮੈਂਬਰ ਦੀ ਜਿਹੜੀ
ਟੀਮ ਸੀਗੀ ਉਹ ਬਣ ਗਈ। ਉਸ ਤੋਂ ਬਾਅਦ ਸਾਡੇ ਲਈ ਵੀ ਇੱਕ ਮੁਸ਼ਕਿਲ ਦੀ ਘੜੀ ਸੀ ਜਾਂ ਇੱਕ ਚੈਲੰਜ ਸੀ ਸਾਡੇ ਲਈ ਇਹ ਪਤਾ ਕਰਨਾ ਕਿ ਕਿੰਨੇ ਕੁ ਜਿਹੜੇ ਆ ਨੌਜਵਾਨ ਵੀਰ ਨੇ ਜੇਲ੍ਹਾਂ ਵਿੱਚ ਨੇ, ਕਿਹੜੀ ਜੇਲ੍ਹ ਵਿੱਚ ਨੇ, ਕਿਹੜੇ ਥਾਣੇ ਦੀ FIR ਆ ਤੇ ਕੁਝ ਕੁ ਹਸਪਤਾਲਾਂ ਦੇ ਵਿੱਚ ਨੇ, ਇਹ ਵੀ ਜਾਣਨਾ ਸੀਗਾ। ਤੇ ਸਾਡੀਆਂ ਉੱਥੋਂ ਟੀਮ ਡਿਵਾਈਡ ਕਰ ਦਿੱਤੀਆਂ ਗਈਆਂ। ਇੱਕ ਟੀਮ ਦੀ ਡਿਊਟੀ ਲਗਾ ਦਿੱਤੀ ਗਈ ਕਿ ਤੁਸੀਂ ਜਿੰਨੀਆਂ ਵੀ ਜੇਲ੍ਹਾਂ ਆ ਦਿੱਲੀ ਦੇ ਵਿੱਚ ਲਾਗੇ ਉਹਨਾਂ ਜੇਲ੍ਹਾਂ ਦੇ ਵਿੱਚ ਜਾ ਕੇ ਵਿਜ਼ਿਟ ਕਰੋ ਤੇ ਪਤਾ ਲਗਾਓ ਕਿ ਹੁਣ ਤੱਕ ਕਿੰਨੇ ਕੁ ਨੌਜਵਾਨ ਜਾਂ ਬਜ਼ੁਰਗ ਜਾਂ ਬੱਚੇ ਜੇਲ੍ਹ ਦੇ ਵਿੱਚ ਆ ਚੁੱਕੇ ਨੇ, ਉੱਦਾਂ ਦੀ ਇਨਫੋਰਮੇਸ਼ਨ ਕਲੈਕਟ ਕਰੀਏ। ਫਿਰ ਇੱਕ ਟੀਮ ਦੀ ਡਿਊਟੀ ਲਾ ਦਿੱਤੀ ਗਈ ਕਿ ਤੁਸੀਂ ਥਾਣਿਆਂ ਦੇ ਵਿੱਚ ਜਾਓ ਵੀ ਤੁਸੀਂ ਕਿਸੇ ਉੱਤੇ ਕੋਈ FIR ਕੀਤੀ ਆ, ਤੇ ਕਈਆਂ ਨੂੰ ਡਿਊਟੀ ਲਾ ਦਿੱਤੀ ਗਈ ਕਿ ਤੁਸੀਂ ਹਸਪਤਾਲਾਂ ਦੇ ਵਿੱਚ ਵੀ ਜਾਓ ਕਿ ਕੋਈ ਜਿਹੜਾ ਪਰਸਨ ਆ ਹੋ ਸਕਦਾ ਉਦੋਂ ਇੰਜਰਡ ਹੋ ਗਿਆ ਹੋਵੇ ਤੇ ਕਿਸੇ ਨਾ ਕਿਸੇ ਹਸਪਤਾਲ ਦੇ ਵਿੱਚ ਦਾਖਲ ਹੋਵੇ ਤੇ ਹੋ ਸਕਦਾ ਪੁਲਿਸ ਦੀ ਕੋਈ ਅਰੈਸਟ ਨਾ ਪਈ ਹੋਵੇ। ਤੇ ਅਸੀਂ ਇੱਕ ਐਪਲੀਕੇਸ਼ਨ ਤਿਆਰ ਕੀਤੀ ਤਾਂ ਕਿ ਜੇ ਕੋਈ ਹਸਪਤਾਲ ਦੇ ਵਿੱਚ ਆ ਉਹਨੂੰ ਅਰੈਸਟ ਨਾ ਪਾਈ ਜਾਵੇ ਤਾਂ ਉਹਨੂੰ ਸਿੱਧਾ ਡਾਇਰੈਕਟ ਹਸਪੀਟਲ ਤੋਂ ਰਿਲੀਜ਼ ਕਰਾ ਕੇ ਉਹਨੂੰ ਵਾਪਸ ਅਸੀਂ ਬਾਰਡਰ ਦੇ ਉੱਤੇ ਜਾਂ ਜਿੱਥੋਂ ਵੀ ਉਹ ਬਿਲੋਂਗ ਕਰਦਾ ਉਹਨੂੰ ਉੱਥੇ ਪਹੁੰਚਾ ਦਿੱਤਾ ਜਾਵੇ। ਤੇ ਇੱਕ ਟੀਮ ਦਾ ਸੈਟਅਪ ਕੀਤਾ ਗਿਆ ਸਿੰਘੂ ਬਾਰਡਰ ਦੇ ਉੱਤੇ, ਟਿਕਰੀ ਬਾਰਡਰ ਦੇ ਉੱਤੇ ਤੇ ਨਾਲੇ ਗਾਜ਼ੀਪੁਰ ਬਾਰਡਰ ਦੇ ਉੱਤੇ। ਇੱਥੇ ਇੱਕ ਹੈਲਪ ਡੈਸਕ ਬਣਾ ਦਿੱਤਾ ਗਿਆ ਜਿੱਥੋਂ ਅਸੀਂ ਲੋਕਾਂ ਦੇ ਕੋਲ ਜਾ ਕੇ ਲੋਕਾਂ ਦੇ ਵਿੱਚ ਵਿਚਰ ਕੇ ਅਸੀਂ ਇੱਕ ਜਾਣਕਾਰੀ ਕਲੈਕਟ ਕਰਨੀ ਸ਼ੁਰੂ ਕੀਤੀ, ਜਿਸ ਦੇ ਨਾਲ ਸਾਨੂੰ ਪਤਾ ਲੱਗਦਾ ਗਿਆ ਕਿ ਕੌਣ ਆ, ਕਿੰਨੇ ਅਰੈਸਟ ਹੋ ਗਏ ਆ, ਕਿੰਨਿਆਂ ਦੀਆਂ ਅਸੀਂ ਹੁਣ ਜ਼ਮਾਨਤਾਂ ਕਰਵਾਉਣੀਆਂ ਆ, ਤਾਂ ਅਸੀਂ ਫਰਦਰ ਕੀ ਸਟੈਪ ਲੈਣਾ ਸੀ। ਇੱਦਾਂ ਦਾ ਡਾਟਾ ਮਤਲਬ ਕੱਲੇ ਪਰਸਨ ਦੇ ਕੋਲ ਜਾ ਕੇ ਟਰਾਲੀ ਟੂ ਟਰਾਲੀ ਜਾ ਕੇ ਕਲੈਕਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਜੀ। ਤੇ ਬਾਈ ਜੀ ਜਿਹੜਾ ਤੁਸੀਂ ਇਹ ਕੰਮ ਕੀਤਾ, ਟਰਾਲੀ ਟੂ ਟਰਾਲੀ ਗਏ, ਤੁਹਾਨੂੰ ਫਿਰ ਮੁਸ਼ਕਲਾਂ ਵੀ ਬਹੁਤ ਆਈਆਂ ਹੋਣੀਆਂ? ਇਹ ਬਿਲਕੁਲ ਜਦੋਂ ਇੱਕ ਸਟਾਰਟਅਪ ਹੋਇਆ ਤੇ ਇੱਕ ਮੁਸ਼ਕਲ ਦੀ ਘੜੀ ਸੀ। ਸਭ ਤੋਂ ਵੱਡੀ ਜਿਹੜੀ ਮੁਸ਼ਕਲ ਸੀ ਕਿ ਉਦੋਂ ਜਿਹੜੀ ਸੀਗੀ ਗਵਰਨਮੈਂਟ ਉਹਨਾਂ ਨੇ ਤਾਂ ਇੰਟਰਨੈਟ ਵੀ ਬੰਦ ਕਰ ਦਿੱਤਾ ਸੀਗਾ। ਇੰਟਰਨੈਟ ਬੰਦ ਕੀਤਾ ਸੀ ਤਾਂ ਕਿ ਜਿਹੜੀ ਮਤਲਬ ਇੱਕ ਅਸਲ ਪਿਕਚਰ ਆ ਜਿਹੜੀ ਉਸ ਬਾਰਡਰ ਦੇ ਉੱਤੇ ਆ, ਕਿਉਂਕਿ ਇਹੀ ਰੌਲਾ ਪੈ ਰਿਹਾ ਸੀਗਾ ਕਿ 26 ਤੋਂ ਬਾਅਦ ਜਿਹੜਾ ਅੰਦੋਲਨ ਆ ਖਤਮ ਹੋ ਗਿਆ, ਲੋਕੀ ਵਾਪਸ ਚਲੇ ਗਏ ਆ, ਪਰ ਅਸਲੀ ਜਿਹੜਾ ਇੱਕ ਪਿਕਚਰ ਸੀਗੀ ਉਸ ਨੂੰ ਖਤਮ ਵਾਕਈ ਉਸ ਪਿਕਚਰ ਨੂੰ ਰੋਕਣ ਦੇ ਲਈ ਮਤਲਬ ਕਿ ਸੱਚਾਈ ਬਾਹਰ ਨਾ ਆਵੇ, ਇੰਟਰਨੈਟ ਬੰਦ ਸੀ। ਸਭ ਤੋਂ ਵੱਡੀ ਜਿਹੜੀ ਮੁਸ਼ਕਲ ਸਾਡੇ ਲਈ ਇਹੀ ਸੀ ਕਿ ਇੰਟਰਨੈਟ ਦੀ ਪ੍ਰੋਬਲਮ ਸੀਗੀ। ਉਦੋਂ ਅਸੀਂ ਇੰਟਰਨੈਟ ਮਤਲਬ ਸੇਵਾਵਾਂ ਸ਼ੁਰੂ ਕਰਵਾਉਣ ਦੇ ਲਈ ਵੀ ਉਹਦੇ ਲਈ ਰਿਟ ਡਾਇਲ ਕੀਤੀ ਗਈ ਸੀਗੀ ਕਿ ਇੰਟਰਨੈਟ ਦੀ ਸ਼ੁਰੂ ਕੀਤੀ ਜਾਵੇ। ਸਾਡੇ ਲਈ ਸਭ ਤੋਂ ਵੱਡਾ ਜਿਹੜਾ ਚੈਲੰਜ ਸੀ ਉਹ ਇੰਟਰਨੈਟ ਦੀ ਹੀ ਪ੍ਰੋਬਲਮ ਸੀਗੀ। ਉਸ ਤੋਂ ਬਾਅਦ ਮਤਲਬ ਇਹ ਸੀਗਾ ਕਿ ਅਸੀਂ ਪਰਸਨ ਟੂ ਪਰਸਨ ਗਏ, ਕਿਉਂਕਿ ਕਈਆਂ ਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਪੁਲਿਸ ਨੇ ਕਈ ਬੰਦੇ ਸੀਗੇ ਉਹਨਾਂ ਨੂੰ ਮਤਲਬ ਉੱਦਾਂ ਹੀ ਇਲੀਗਲ ਡਿਟੇਨ ਕਰਕੇ ਰੱਖਿਆ ਹੋਇਆ ਸੀਗਾ, ਕਈਆਂ ਤੇ FIR ਵੀ ਨਹੀਂ ਕੀਤੀ ਗਈ ਸੀਗੀ। ਸਭ ਤੋਂ ਮੁਸ਼ਕਿਲ ਇਹ ਸੀਗੀ ਕਿ ਕਈ ਸਾਨੂੰ ਜਿਹੜੀਆਂ FIR ਆ ਫਿਰ ਔਨਲਾਈਨ ਨਹੀਂ ਲੱਭ ਰਹੀਆਂ ਸੀਗੀਆਂ ਤੇ ਸਾਨੂੰ ਇੱਦਾਂ ਸੀਗਾ ਕਿ ਅਸੀਂ ਥਾਣੇ ਤੋਂ ਜਾ ਕੇ FIR ਕਲੈਕਟ ਕਰਨੀ ਸੀਗੀ, ਪਰ ਜਿਹੜੀ ਦਿੱਲੀ ਪੁਲਿਸ ਸੀ ਉਹ ਬਿਲਕੁਲ ਵੀ ਕੋਆਪਰੇਟ ਨਹੀਂ ਕਰ ਰਹੀ ਸੀਗੀ। ਅਸੀਂ ਜਾ ਕੇ ਕਹਿੰਦੇ ਸੀ ਸਾਨੂੰ FIR ਪ੍ਰੋਵਾਈਡ ਕਰਵਾਓ, ਕਿਉਂਕਿ ਸਾਡਾ ਜਿਹੜਾ ਹੈਲਪ ਡੈਸਕ ਸੀਗਾ ਇਹਨਾਂ ਦੇ ਜਿਹੜੇ ਮੇਨ ਲੀਡ ਕਰ ਰਹੇ ਸੀ ਸਿਮਰਨਜੀਤ ਕੌਰ ਗਿੱਲ ਮੈਮ ਸੀਗੇ ਜਿਹੜੇ ਮੇਨ ਸਾਡੇ ਉੱਥੇ ਸੀਗੇ, ਤੇ ਉਹ ਖੁਦ ਪਰਸਨਲੀ ਜਦੋਂ ਗਏ ਤੇ ਉਹਨਾਂ ਨੇ ਰਿਕੁਐਸਟ ਕੀਤੀ ਵੀ ਸਰ ਸਾਨੂੰ FIR ਦੇ ਦਿਓ। ਕਹਿੰਦੇ ਜੀ ਅਸੀਂ ਨਹੀਂ FIR ਦੇਣੀ, ਤੁਸੀਂ RTI ਪਾ ਲਓ ਤੇ ਆਪਣੀ FIR ਕਢਵਾ ਲਓ। ਇਹੋ ਜਿਹੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਜਦੋਂ ਅਸੀਂ ਉੱਥੇ ਮੌਕੇ ਤੇ ਹਾਜ਼ਰ ਸੀਗੇ। ਤੇ ਜਦੋਂ ਲੋਕਾਂ ਦਾ ਤੁਹਾਨੂੰ ਪਤਾ ਲੱਗਿਆ ਕਿ ਉਹ ਜੇਲ੍ਹਾਂ ਵਿੱਚ ਬੰਦ ਨੇ, ਜਾਂ ਜਿੱਦਾਂ ਤੁਸੀਂ ਇਹ ਵੀ ਗੱਲ ਆਖੀ ਹੈ ਕਿ ਦਿੱਲੀ ਪੁਲਿਸ ਵੱਲੋਂ ਸਮਰਥਨ ਨਹੀਂ ਦਿੱਤਾ ਗਿਆ ਇਸ ਗੱਲ ਨੂੰ ਲੈ ਕੇ, ਤਾਂ ਫਿਰ ਤੁਸੀਂ ਅੱਗੇ ਸਟੈਪ ਕਿਵੇਂ ਲਿਆ? ਕਿਉਂਕਿ ਜੇ ਦਿੱਲੀ ਪੁਲਿਸ ਤੁਹਾਨੂੰ ਮਤਲਬ ਹੱਥ ਪੱਲਾ ਕੁਝ ਨਹੀਂ ਫੜਾ ਰਹੀ ਸੀ, FIR ਦੀ ਰਿਪੋਰਟ ਨਹੀਂ ਦੇ ਰਹੀ ਸੀ, ਤੇ ਕੀ ਇਦਾਂ ਦਾ ਵੀ ਕੁਝ ਦੇਖਣ ਨੂੰ ਮਿਲਿਆ ਕਿ ਕੁਝ ਲੋਕ ਅਜਿਹੇ ਵੀ ਹੋਣਗੇ ਜਿਨ੍ਹਾਂ ਦੇ ਉੱਤੇ FIR ਹੋਈ ਨਹੀਂ ਹੋਵੇਗੀ? ਹਾਂਜੀ ਬਿਲਕੁਲ, ਜਦੋਂ ਮੈਂ ਟਰਾਲੀ ਟੂ ਟਰਾਲੀ ਅਸੀਂ ਸਰਵੇ ਕਰ ਰਹੇ ਸੀਗੇ ਤੇ ਉਦੋਂ ਇੱਕ ਇਹ ਗੱਲ ਸਾਹਮਣੇ ਆਈ ਆ ਕਿ ਸੋਨੀਪਤ ਦੇ 5 ਮਤਲਬ ਹਰਿਆਣੇ ਦੇ 5 ਨੌਜਵਾਨ ਸੀਗੇ ਜਿਨ੍ਹਾਂ ਨੂੰ 3 ਥਾਣਿਆਂ ਦੇ ਵਿੱਚ ਵੱਖਰੇ ਥਾਣਿਆਂ ਦੇ ਵਿੱਚ ਲਿਜਾ ਕੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਹਾਂ ਉਹਨਾਂ ਨੂੰ ਕਿਉਂਕਿ ਇਲੀਗਲ ਡਿਟੇਨ ਕੀਤਾ ਸੀ, ਉਹਨਾਂ ਤੇ ਕੋਈ FIR ਨਹੀਂ ਸੀਗੀ ਤੇ ਉਹਨਾਂ ਨੂੰ ਉੱਥੋਂ ਛੱਡ ਦਿੱਤਾ ਗਿਆ। ਮਤਲਬ ਪੁਲਿਸ ਨੇ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਕਿ ਇੱਦਾਂ ਦਾ ਇੱਕ ਡਰ ਪੈਦਾ ਕੀਤਾ ਜਾਵੇ ਲੋਕਾਂ ਦੇ ਵਿੱਚ, ਇੱਕ ਸਹਿਮ ਪੈਦਾ ਕੀਤਾ ਜਾਵੇ ਨੌਜਵਾਨਾਂ ਦੇ ਵਿੱਚ, ਤਾਂ ਕਿ ਉਹਨਾਂ ਦੇ ਘਰ ਪਤਾ ਲੱਗੇ ਤੇ ਲੋਕ ਇਸ ਅੰਦੋਲਨ ਦਾ ਹਿੱਸਾ ਬਣਨੋਂ ਜਲਦੀ ਤੋਂ ਜਲਦੀ ਹਟ ਜਾਣ। ਕੁਝ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਕਿ ਇਹ ਤਾਂ ਉਹ ਲੋਕ ਸੀ ਜਿਨ੍ਹਾਂ ਨੂੰ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ, ਪਰ ਕੁਝ ਲੋਕ ਅਜਿਹੇ ਵੀ ਸੀ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਸਾਨੂੰ ਸੁਣਨ 'ਚ ਵੀ ਮਿਲਿਆ ਕਿ ਲੋਕ ਕਈ ਵਾਰੀ ਰਾਸ਼ਨ ਲੈਣ ਦਾ ਸਮਾਨ ਦੂਸਰੇ ਪਾਸੇ ਜਾਂਦੇ ਸੀ, ਬਾਰਡਰ ਤੋਂ ਦੂਸਰੇ ਪਾਸੇ ਜਾਂਦੇ ਸੀ ਤੇ ਉਹਨਾਂ ਨੂੰ ਵੀ ਦਿੱਲੀ ਪੁਲਿਸ ਵੱਲੋਂ ਹਿਰਾਸਤ 'ਚ ਲਿਆ ਜਾ ਰਿਹਾ ਸੀਗਾ, ਤੇ ਜਾਂ ਫਿਰ ਕੋਈ ਵੈਸੇ ਹੀ ਬਾਹਰ ਨੂੰ ਨਿਕਲਦਾ ਸੀ ਤੇ ਉਹਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਸੀ। ਜੀ ਬਿਲਕੁਲ, ਇਦਾਂ ਦੇ ਮਤਲਬ ਸਾਡੀ ਨੌਲੇਜ ਦੇ ਵਿੱਚ ਜਦੋਂ ਅਸੀਂ ਟਰਾਲੀ ਟੂ ਟਰਾਲੀ ਗਏ ਸਿੰਘੂ ਬਾਰਡਰ ਦੇ ਉੱਤੇ 2 ਕੇਸ ਅਜਿਹੇ ਸਾਹਮਣੇ ਆਏ ਜਿਹਦੇ ਵਿੱਚ ਪਰਸਨ 2 ਮੋਟਰਸਾਈਕਲ ਤੇ ਲਾਗੇ ਨਰੇਲਾ ਪਿੰਡ ਆ ਉੱਥੇ ਸਿੰਘੂ ਬਾਰਡਰ ਦੇ ਨਜ਼ਦੀਕ, ਉੱਥੋਂ ATM ਤੋਂ ਪੈਸੇ ਕਢਵਾਉਣ ਗਏ ਸੀਗੇ। ਪੁਲਿਸ ਨੇ ਉੱਥੋਂ ਅਰੈਸਟ ਕਰਕੇ ਉਹਨਾਂ ਨੂੰ 26 ਵਾਲੀ ਘਟਨਾ ਦੇ ਵਿੱਚ ਇਨਵੋਲਵ ਕਰ ਲਿਆ, ਮਤਲਬ ਪਤਾ ਲੱਗਾ ਉਹਦੇ ਬਾਰੇ। ਉਸ ਤੋਂ ਬਾਅਦ ਇੱਕ ਪਰਸਨ ਸੀਗਾ ਕੋਈ ਸੀਰਾ ਲੈਣ ਗਿਆ ਸੀਗਾ ਮਤਲਬ ਅਚਾਰ 'ਚ ਪਾਉਣ ਲਈ ਜੋ ਜ਼ਰੂਰਤ ਸੀਗੀ, ਉਹਨੂੰ ਵੀ ਉਹਨੇ ਮੌਕੇ ਤੋਂ 29 ਤਰੀਕ ਨੂੰ ਅਰੈਸਟ ਕਰਕੇ ਉਹਨੂੰ 26 ਵਾਲੀ FIR ਦੇ ਵਿੱਚ ਇਨਵੋਲਵ ਕੀਤਾ, ਮਤਲਬ ਪੁਲਿਸ ਨੇ ਉਹਨਾਂ ਨੂੰ। ਤੇ ਬਾਈ ਜੀ ਜਿਹੜੇ ਨੌਜਵਾਨ ਤੁਹਾਨੂੰ ਪਤਾ ਲੱਗ ਰਿਹਾ ਸੀ ਕਿ ਇਹ ਵਾਲੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਆ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਪੁਸ਼ਟੀ ਹੋਈ ਤੇ ਉਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਦੇ ਨਾਲ ਤੁਹਾਡੀ ਕੰਟੈਕਟ ਕਿਵੇਂ ਹੋਇਆ?
ਉਹਦੇ ਨਾਲ ਇਦਾਂ ਸੀਗਾ ਕਿ ਜਦੋਂ ਸਾਨੂੰ ਪਤਾ ਲੱਗਦਾ ਕਿ ਵੀ ਜਿਹੜਾ ਨੌਜਵਾਨ ਕਿਹੜੀ ਜੇਲ੍ਹ ਦੇ ਵਿੱਚ ਆ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੇ ਅਫੀਸ਼ੀਅਲੀ ਵਕੀਲ ਬਣਨਾ ਸੀ। ਉਹਦੇ ਲਈ ਸਾਡੀ ਜਿਹੜੀ ਟੀਮ ਸੀ ਉਹ ਜੇਲ੍ਹਾਂ ਦੇ ਵਿੱਚ ਗਈ, ਤਿਹਾੜ ਜੇਲ੍ਹ ਦੇ ਵਿੱਚ ਗਈ, ਬੈਰਕ ਨੰਬਰ 3 ਵਿੱਚ, 6 ਵਿੱਚ, 8 ਵਿੱਚ, ਜਿੱਥੇ ਉਹ ਨੌਜਵਾਨ ਆਗੂ ਜਾਂ ਸਾਡੇ ਬਜ਼ੁਰਗ ਕਿਸਾਨ ਭਰਾ ਹਿਰਾਸਤ ਵਿੱਚ ਸੀ ਪੁਲਿਸ ਦੀ, ਉੱਥੇ ਜਾ ਕੇ ਉਹਨਾਂ ਕੋਲੋਂ ਅਸੀਂ ਵਕਾਲਤਨਾਮੇ ਅਟੈਸਟ ਕਰਵਾਏ। ਤੇ ਉੱਥੇ ਉਹਨਾਂ ਨੂੰ ਜਦੋਂ ਪਹਿਲੇ ਦਿਨ ਸਾਨੂੰ ਪਤਾ ਲੱਗਾ ਤੇ 40 ਤੋਂ 50 ਮਤਲਬ ਪਰਸਨ ਸੀਗੇ ਜਿਹੜੇ ਉੱਥੇ ਸੀਗੇ, ਤੇ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਉੱਥੇ ਰਸਦ ਵੀ ਮੁਹੱਈਆ ਕਰਾਈ, ਅੰਦਰ ਜੋ ਜ਼ਰੂਰੀ ਕੱਪੜੇ ਚਾਹੀਦੇ ਸੀ ਜਾਂ ਹੋਰ ਚੀਜ਼ਾਂ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਜੇਲ੍ਹ ਦੇ ਨਾਲ, ਤੇ ਉਹਨਾਂ ਨੇ ਸਾਡੀ ਕੋਆਪਰੇਸ਼ਨ ਇੰਨੀ ਕੁ ਕੀਤੀ ਕਿ ਸਾਨੂੰ ਉਹਨਾਂ ਨੂੰ ਪ੍ਰੋਵਾਈਡ ਕਰਵਾਉਣਾ ਦੇ ਦਿੱਤਾ। ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਸਾਡਾ ਹੈਲਪਲਾਈਨ ਨੰਬਰ ਸੀਗਾ ਉਹ ਸੰਯੁਕਤ ਕਿਸਾਨ ਮੋਰਚੇ ਦੇ ਪੇਜ ਉੱਤੇ ਪਾ ਦਿੱਤਾ ਗਿਆ। ਉਸ ਹੈਲਪਲਾਈਨ ਨੰਬਰ 'ਤੇ ਸਾਨੂੰ ਕਾਲ ਆਉਂਦੀ ਸੀਗੀ ਤੇ ਸਾਨੂੰ ਪੁੱਛਦੇ ਸੀਗੇ ਕਿ ਸਾਡੇ ਮਤਲਬ ਆਹ ਪਰਸਨ ਆ, ਇਹ ਪਰਸਨ ਦਾ ਨਾਮ ਆ, ਫਾਦਰਸ ਨੇਮ ਆ, ਇੰਨੀ ਏਜ ਆ, ਤੇ ਇਹ 26 ਨੂੰ ਗਿਆ ਸੀਗਾ ਤੇ ਹੁਣ ਤੱਕ ਵਾਪਸ ਨਹੀਂ ਆਇਆ। ਤੇ ਫਿਰ ਅਸੀਂ ਜਿਹੜੀ ਡਿਟੇਲ ਸਾਡੀ ਕਲੈਕਟ ਹੋਈ ਸੀਗੀ, ਅਸੀਂ ਉਹ ਡਿਟੇਲ ਨੂੰ ਦੇਖ ਕੇ ਉਹਦੇ ਵਿੱਚੋਂ ਮਾਰਕ ਕਰਕੇ ਦੱਸ ਦਿੰਦੇ ਸੀਗੇ ਕਿ ਤੁਹਾਡਾ ਜਿਹੜਾ ਬੱਚਾ ਆ ਉਹ ਇਸ ਜੇਲ੍ਹ ਦੇ ਵਿੱਚ ਆ, ਉਹਦਾ ਵਕਾਲਤਨਾਮਾ ਟੈਸਟ ਕਰਵਾ ਲਿਆ ਗਿਆ ਆ, ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਆ, ਜਲਦੀ ਤੋਂ ਜਲਦੀ ਉਹਨਾਂ ਦੀ ਜਿਹੜੀ ਅਸੀਂ ਜ਼ਮਾਨਤ ਕਰਵਾ ਕੇ ਤੁਹਾਨੂੰ ਦੱਸ ਦਿਆਂਗੇ ਤੇ ਤੁਹਾਡੀ ਗੱਲ ਵੀ ਕਰਵਾ ਦੇਵਾਂਗੇ। ਕਿਉਂਕਿ ਉਦੋਂ ਇੱਕ ਮੁਲਾਕਾਤ ਆਨਲਾਈਨ ਇੱਕ ਸਾਈਟ ਸੀਗੀ, ਉਹ ਵੀ ਜੇਲ੍ਹ ਦੁਆਰਾ ਪ੍ਰੋਵਾਈਡ ਕਰਵਾਈ ਗਈ ਸੀਗੀ, ਉਹਦੇ ਉੱਤੇ ਵੀ ਜਿਹੜੀਆਂ ਮੁਲਾਕਾਤਾਂ ਕੰਡਕਟ ਅਸੀਂ ਕਰਵਾ ਰਹੇ ਸੀਗੇ, ਜਿਹੜੇ ਕਿ ਪਰਿਵਾਰਕ ਮੈਂਬਰ ਪਿੱਛੇ ਚਿੰਤਾ ਦੇ ਵਿੱਚ ਸੀਗੇ ਜੀ। ਤੇ ਫਿਰ ਟੀਮਾਂ ਕਿਵੇਂ ਬਣੀਆਂ, ਕਿਉਂਕਿ 3 ਬਾਰਡਰ ਨੇ, ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ, ਤੇ ਤਿੰਨਾਂ ਦੇ ਉੱਤੇ ਲੋਕ ਜਿਹੜੇ ਨੇ ਉਹ ਬੈਠੇ ਹੋਏ ਨੇ, ਹੈ ਨਾ। ਸੋ ਉਹਨਾਂ ਤਿੰਨਾਂ ਬਾਰਡਰਸ ਤੋਂ ਡਾਟਾ ਕਲੈਕਟ ਕਰਨਾ, ਤੇ ਕਿਵੇਂ ਫਿਰ ਟੀਮਾਂ ਡਿਵਾਈਡ ਕੀਤੀਆਂ ਗਈਆਂ ਤੁਹਾਡੀਆਂ? ਟੀਮਾਂ ਵਿੱਚ ਡਿਊਟੀ ਲਗਾ ਦਿੱਤੀ ਗਈ। ਜਿਹੜੇ ਤਾਂ ਦਿੱਲੀ ਦੇ ਵਕੀਲ ਸਾਹਿਬਾਨ ਸੀਗੇ ਉਹਨਾਂ ਦੀ ਡਿਊਟੀ ਸੀਗੀ ਕਿ ਤੁਸੀਂ ਦਿੱਲੀ ਦੇ ਕੋਰਟਸ ਵਿੱਚ ਈਜ਼ੀਲੀ ਵਰਕ ਕਰ ਸਕਦੇ ਜਾ ਕੇ ਉਹਨਾਂ ਦੇ। ਬਾਕੀ ਸੀਨੀਅਰ ਵਕੀਲ ਸਾਹਿਬ ਸੀਗੇ ਸਾਡੇ, ਜਿੰਨੇ ਵੀ ਨਵਕਿਰਨ ਸਰ ਸੀਗੇ, RS ਬੈਂਸ ਸਰ, ਹੋਰ ਵੀ ਮੋਸਟ ਸੁਪਰੀਮ ਕੋਰਟ ਦੇ ਵਿੱਚ ਅਮਰਵੀਰ ਸਿੰਘ ਭੁੱਲਰ ਵਕੀਲ ਸਾਹਿਬ ਸੀਗੇ, ਉਹਨਾਂ ਨੇ ਮਤਲਬ ਡਿਊਟੀਆਂ ਸੌਂਪਤੀਆਂ ਕਿ ਅਸੀਂ ਵਕਾਲਤਨਾਮੇ ਵਗੈਰਾ ਟੈਸਟ ਕਰਵਾ ਕੇ ਉਹਨਾਂ ਤੱਕ ਪਹੁੰਚਾਉਣੇ ਆ, ਜੋ ਡਾਟਾ ਕਲੈਕਟ ਹੋ ਰਿਹਾ ਅਸੀਂ ਉਹਨਾਂ ਤੱਕ ਪਹੁੰਚਾਉਣਾ ਆ। ਤੇ ਉਸ ਤੋਂ ਬਾਅਦ ਜਿਹਨਾਂ ਨੂੰ ਜਿੱਦਾਂ ਦੀਆਂ ਮਤਲਬ ਸੀਗੀ ਡਿਊਟੀ ਸੌਂਪੀ ਗਈ ਸੀ, ਹਰ ਬੰਦਾ ਆਪਣੀ ਡਿਊਟੀ ਬਖੂਬੀ ਨਿਭਾ ਰਿਹਾ ਸੀਗਾ। ਤੇ ਹੁਣ ਤੱਕ ਇਹ ਆ ਕਿ ਜਿਹੜਾ ਵੀ ਪ੍ਰੋਸੀਜਰ ਆ ਚੱਲਦਾ ਪਿਆ ਆ, ਤੇ ਹੁਣ ਤੱਕ ਟੋਟਲ ਆਪਾਂ ਜੇ ਗੱਲ ਕਰੀਏ ਅੱਜ 19 ਜ਼ਮਾਨਤਾਂ ਜਿਹੜੀਆਂ ਆ ਉਹ ਨੇਪਰੇ ਚੜ੍ਹ ਚੁੱਕੀਆਂ ਆ, ਤੇ ਉਹਦੇ ਵਿੱਚੋਂ ਹਲੇ ਬਾਕੀ ਜਿਹੜੇ ਹਿਰਾਸਤ ਵਿੱਚ ਨੇ ਤੇ ਕਈ ਬੰਦੇ ਹਲੇ ਇਲੀਗਲ ਡਿਟੇਨ ਨੇ, ਜਿਹਦੇ ਵਾਪਸ ਜਿਹੜੀ ਆ ਰਿਟ ਤਿਆਰ ਆ ਹੈਬੀਅਸ ਕਾਰਪਸ ਦੀ, ਉਹ ਜਲਦੀ ਤੋਂ ਜਲਦੀ ਦਾਇਲ ਕੀਤੀ ਜਾਊਗੀ। ਜੀ ਗੌਰਵ ਜੀ, ਇੱਥੇ ਅਸੀਂ ਰੁਕਣਾ ਚਾਹਾਂਗੇ, ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਫਿਰ ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਗੌਰਵ ਜੀ ਮੌਜੂਦ ਨੇ ਸਾਡੇ ਸਟੂਡੀਓ ਦੇ ਵਿੱਚ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਬਾਈ ਜੀ, ਪ੍ਰੋਗਰਾਮ ਅੱਗੇ ਵਧਾਉਂਦੇ ਆ, ਤੇ ਜਿਹੜਾ ਅਗਲਾ ਸਵਾਲ ਇਹ ਆ ਕਿ ਜਦੋਂ ਇਹ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ ਨੌਜਵਾਨ ਜਿਹੜੇ ਆਹ ਜੇਲ੍ਹ ਵਿੱਚ ਨੇ, ਤੇ ਉਸ ਤੋਂ ਬਾਅਦ ਜਿਹੜੀਆਂ ਧਾਰਾਵਾਂ ਸੀਗੀਆਂ ਉਹ ਕਿਹੜੀਆਂ ਲੱਗੀਆਂ ਨੌਜਵਾਨਾਂ ਤੇ? ਜਦੋਂ ਇਸ ਚੀਜ਼ ਦੀ ਪੁਸ਼ਟੀ ਹੋਈ, ਕਿਉਂਕਿ ਨੌਜਵਾਨ ਕਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਇਹ ਤਾਂ ਚਲੋ ਅਸੀਂ ਬਾਅਦ 'ਚੋਂ ਪਤਾ ਕੀਤਾ, ਸਭ ਤੋਂ ਪਹਿਲਾਂ ਜਦੋਂ ਅਸੀਂ FIR ਕਲੈਕਟ ਕੀਤੀਆਂ, ਉਹਦੇ ਵਿੱਚ ਅਸੀਂ FIR ਦੇ ਕੇ ਖੁਦ ਹੈਰਾਨ ਸੀਗੇ ਕਿ ਇੱਕ ਨੋਰਮਲ ਜਿਹੀ ਇੱਕ ਅਕਰੈਂਸ ਹੋਈ ਜਦੋਂ ਵੀ ਜੋ 26 ਦੀ ਘਟਨਾ ਦਾ ਨਾਮ ਦੇ ਦਿੱਤਾ ਗਿਆ ਜਿਸ ਚੀਜ਼ ਨੂੰ ਵੀ, ਪਰਸਨ ਨੋਰਮਲ ਗਏ ਤੇ ਵਾਪਸ ਆ ਗਏ। ਚਲੋ ਜਿਨ੍ਹਾਂ ਨੇ ਜੋ ਕੁਝ ਕੀਤਾ ਉਸ ਚੀਜ਼ ਬਾਰੇ ਆਪਾਂ ਨਹੀਂ ਟਿੱਪਣੀ ਕਰਦੇ। ਤੇ ਜਿਹੜੀਆਂ FIR ਕੀਤੀਆਂ, ਮਤਲਬ ਪੁਲਿਸ ਨੇ ਇੱਕ 307 ਤੱਕ ਦਾ ਪਰਚਾ, ਮਤਲਬ ਅਟੈਂਪਟ ਟੂ ਮਰਡਰ ਤੱਕ ਦਾ ਪਰਚਾ ਜਿਹੜਾ ਉਹ ਮਤਲਬ ਨੌਜਵਾਨਾਂ ਉੱਤੇ ਜਾਂ ਬਜ਼ੁਰਗਾਂ ਉੱਤੇ ਜਾਂ ਬੱਚਿਆਂ ਉੱਤੇ ਲਗਾ ਦਿੱਤਾ ਗਿਆ। ਫਿਰ ਕਈ ਜਿੱਦਾਂ ਸੀਗੇ ਭੰਨ ਤੋੜ ਦੇ ਪਰਚੇ, ਰਾਈਟਸ ਦੰਗਿਆਂ ਦੇ ਪਰਚੇ 148, 149 ਇਹੋ ਜਿਹੇ। ਸਭ ਤੋਂ ਹੈਰਾਨੀ ਦੀ ਗੱਲ ਇਹ ਸੀਗੀ ਕਿ ਜਿਨ੍ਹਾਂ ਨੇ ਗਾਤਰਾ ਪਾਇਆ ਹੋਇਆ ਸੀ, ਮਤਲਬ ਜਿਹੜੇ 5 ਕਕਾਰ ਸਾਡੀ ਕਿਰਪਾਨ ਮਤਲਬ ਉਹਦੇ ਵਿੱਚ ਇੱਕ ਹਿੱਸਾ ਬਣੀ ਆਉਂਦੀ ਆ, ਤੇ ਉਹਨਾਂ ਉੱਤੇ ਉਹਨਾਂ ਨੇ ਅਟੈਂਪਟ ਟੂ ਆਰਮਸ ਐਕਟ ਲਗਾ ਦਿੱਤੀ ਗਈ। ਅਟੈਂਪਟ ਟੂ ਮਰਡਰ ਚਲੋ 307 ਤਾਂ ਲੱਗੇ ਗਏ ਸੀ, ਪਰ ਉਹਨਾਂ ਤੇ ਆਰਮਸ ਐਕਟ ਦਾ ਪਰਚਾ ਕਿ ਹਥਿਆਰ ਯੂਜ਼ ਕੀਤਾ ਗਿਆ ਕਿਸੇ ਨਾ ਕਿਸੇ ਨੂੰ ਅਟੈਂਪਟ ਟੂ ਮਰਡਰ ਕਰਨ ਦੇ ਲਈ, ਮਤਲਬ ਜਿਹੜੀ ਕਿ ਸਾਡੇ ਲਈ ਬਹੁਤ ਇੱਕ ਹੈਰਾਨੀਜਨਕ ਗੱਲ ਸੀਗੀ। ਤੇ ਸਾਨੂੰ ਇਹ ਪੜ੍ਹ ਕੇ ਬਹੁਤ ਅਫਸੋਸ ਹੋ ਰਿਹਾ ਸੀ ਕਿ ਇਹੋ ਜਿਹੀ ਮਤਲਬ ਘਿਨਾਉਣੀ ਹਰਕਤ ਜਿਹੜੀ ਆ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜੀ। ਤੇ ਫਿਰ ਨੈਕਸਟ ਸਟੈਪ ਕੀ ਸੀ ਤੁਹਾਡਾ? ਕਿਉਂਕਿ ਪਤਾ ਲੱਗ ਗਿਆ ਕਿ FIR ਹੋਈ ਹੈ, ਇੰਨੀਆਂ ਧਾਰਾਵਾਂ ਲੱਗੀਆਂ ਨੇ, ਕਿਉਂਕਿ 307 ਜਿਹੜੀ ਧਾਰਾ ਲੱਗਣੀ ਕੋਈ ਛੋਟੀ ਗੱਲ ਨਹੀਂ ਆ, ਔਰ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਸੀ। ਤੇ ਉਸ ਤੋਂ ਬਾਅਦ ਫਿਰ ਤੁਹਾਡਾ ਨੈਕਸਟ ਸਟੈਪ ਕੀ ਰਿਹਾ ਉਹਨਾਂ ਨੂੰ ਛੁਡਾਉਣ ਵਾਸਤੇ, ਜਾਂ ਕੋਈ ਹੋਰ ਫਾਈਲਸ ਵਗੈਰਾ ਲਾਈਆਂ? ਸਟੈਪ ਸਾਡਾ ਨੈਕਸਟ ਇਹ ਸੀ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਜੇਲ੍ਹਾਂ 'ਚੋਂ ਵਕਾਲਤਨਾਮੇ ਜਿਹੜੇ ਸੀਗੇ ਉਹ ਟੈਸਟ ਕਰਵਾਉਣੇ ਜ਼ਰੂਰੀ ਸੀ ਤਾਂ ਕਿ ਅਸੀਂ ਅਫੀਸ਼ੀਅਲੀ ਉਹਨਾਂ ਦੇ ਵਕੀਲ ਬਣ ਸਕੀਏ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਜ਼ਿਆਦਾ ਏਜ ਜਾਂ ਬਜ਼ੁਰਗ ਆ ਕਿ ਉਹਨਾਂ ਦੀ ਜ਼ਮਾਨਤ ਆਪਾਂ ਜਲਦੀ ਤੋਂ ਜਲਦੀ ਪਹਿਲਾਂ ਕਰਵਾਈਏ ਤਾਂ ਕਿ ਉਹ ਜਲਦੀ ਤੋਂ ਜਲਦੀ ਬਾਹਰ ਆ ਸਕਣ। ਬੱਚੇ ਆ ਉਹਨਾਂ ਦੀ ਜ਼ਮਾਨਤ ਛੇਤੀ ਕਰਵਾਈਏ। ਕੋਸ਼ਿਸ਼ ਤਾਂ ਇਹੀ ਆ ਕਿ ਆਪਾਂ ਸਾਰਿਆਂ ਦੀ ਹੀ ਜ਼ਮਾਨਤ ਕਰਾਈਏ, ਪਰ ਪ੍ਰਾਇਓਰਟੀ ਜਿਹੜੀ ਦਿੱਤੀ ਗਈ ਬਜ਼ੁਰਗਾਂ ਨੂੰ ਦਿੱਤੀ ਗਈ ਤਾਂ ਕਿ ਬਜ਼ੁਰਗ ਆ ਉਹ ਇੰਨਾ ਟਾਈਮ ਅੰਦਰ ਨਹੀਂ ਰਹਿ ਸਕਦੇ, ਜਲਦੀ ਤੋਂ ਜਲਦੀ ਉਹਨਾਂ ਨੂੰ ਬਾਹਰ ਕਢਵਾਇਆ ਜਾ ਸਕੇ ਜੀ।
ਜੀ ਤੇ ਇਹਦੇ ਵਿੱਚ ਕੋਈ ਏਜ ਲਿਮਿਟ ਵੀ ਸੀ, ਕਿਉਂਕਿ ਜਿੱਦਾਂ 50 ਤੋਂ ਉੱਪਰ ਦੇ ਜੇ ਆਪਾਂ ਮੰਨ ਲਈਏ ਤੇ ਆਪਾਂ ਬਜ਼ੁਰਗ ਉਹਨਾਂ ਨੂੰ ਮੰਨ ਲੈਂਦੇ ਆ, ਕੋਈ ਏਜ ਲਿਮਿਟ ਤੁਸੀਂ ਡਿਸਾਈਡ ਕੀਤੀ ਸੀ ਕਿ ਵੀ ਇਸ ਏਜ ਤੇ ਜਿਹੜੇ ਨੌਜਵਾਨ ਨੇ ਜਾਂ ਬੱਚੇ ਨੇ ਜਾਂ ਫਿਰ ਬਜ਼ੁਰਗ ਨੇ ਉਹ ਅਸੀਂ ਪਹਿਲਾਂ ਛੁਡਵਾਉਣ ਦੀ ਪਹਿਲ ਕਰਾਂਗੇ, ਜਾਂ ਫਿਰ ਐਦਾਂ ਹੀ ਦੇਖਿਆ ਕਿ ਜਿਨ੍ਹਾਂ ਦੀ ਉਮਰ ਜ਼ਿਆਦਾ ਸੀ ਜਾਂ ਫਿਰ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਘੱਟ ਸੀ ਉਹਨਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ? ਹਾਂ, ਕੋਸ਼ਿਸ਼ ਤਾਂ ਇਹੀ ਸੀਗੀ, ਮਤਲਬ ਪਹਿਲਾਂ ਇਹੀ ਕੀਤਾ ਗਿਆ ਕਿ ਜਿਨ੍ਹਾਂ ਦੀ ਜ਼ਿਆਦਾ ਤੋਂ ਜ਼ਿਆਦਾ ਏਜ ਸੀ, ਕਿਉਂਕਿ ਕਈ 70 ਸਾਲ ਦੇ ਬਜ਼ੁਰਗ ਵੀ ਸੀ, 80 ਸਾਲ ਦੇ ਬਜ਼ੁਰਗ ਵੀ ਸੀ, ਜਿਹੜੇ ਪਰਸੋਂ ਇੱਕ ਬਾਹਰ ਆਏ ਆ, ਉਹਨਾਂ ਦੀ ਵੀ ਇੰਟਰਵਿਊ ਤੁਸੀਂ ਦੇਖੀ ਹੋਣੀ ਸੋਸ਼ਲ ਮੀਡੀਆ ਦੇ ਉੱਤੇ, ਕਿ ਜਿਹਨਾਂ ਨੇ ਆਪਣੀ ਜ਼ੁਬਾਨ ਨਾਲ ਦੱਸਿਆ ਕਿ ਪੁਲਿਸ ਉਹਨਾਂ ਨਾਲ ਕੀ ਕੁਝ ਕਰ ਰਹੀ ਆ, ਜਾਂ ਹੋਰ ਵੀ ਜਿਹੜੇ ਅਰੈਸਟ ਹੋਏ ਹਨ ਉਹਨਾਂ ਦੇ ਨਾਲ। ਤੇ ਕੋਸ਼ਿਸ਼ ਸੀ ਕਿ ਇਹੋ ਜਿਹੇ ਬਜ਼ੁਰਗ ਅਸੀਂ ਸਭ ਤੋਂ ਪਹਿਲਾਂ ਬਾਹਰ ਕਢਵਾ ਲਿਆ, ਤੇ ਜਾਂ ਇਹ ਦੇਖਿਆ ਗਿਆ ਕਿ ਕੁਝ ਜ਼ਿਆਦਾ ਛੋਟੇ ਬੱਚੇ ਜਿਹੜੇ ਜੁਵੀਨਾਈਲ ਨੇ, ਛੋਟੇ ਨੇ, 18 ਸਾਲ ਤੋਂ ਘੱਟ ਨੇ, ਜਾਂ ਜਿਹੜੇ ਯੰਗ ਨੇ, ਉਹਨਾਂ ਨੂੰ ਜਲਦੀ ਆਪਾਂ ਬਾਹਰ ਕਢਵਾ ਲਈਏ ਤਾਂ ਕਿ ਪੁਲਿਸ ਉਹਨਾਂ ਨੂੰ ਅੰਦਰ ਜ਼ਿਆਦਾ ਕੋਈ ਹਰਾਸ ਨਾ ਕਰੇ ਜਾਂ ਉਹਨਾਂ ਤੇ ਕੋਈ ਹੋਰ ਪਰਚਾ ਵਗੈਰਾ ਨਾ ਪਾ ਦੇਵੇ ਜੀ। ਬਾਈ ਜੀ, ਇੱਕ ਸਵਾਲ ਮੈਂ ਜਿਹੜਾ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਦੇਖਿਆ ਕਿ ਸਿੰਘੂ ਬਾਰਡਰ ਤੇ ਜਿਹੜੇ ਸਾਡੇ ਨੌਜਵਾਨ, ਸਾਡੇ ਬਜ਼ੁਰਗ ਉਹ ਲਾਪਤਾ ਹੋ ਗਏ ਨੇ, ਤੇ ਉਸ ਤੋਂ ਬਾਅਦ ਤੁਸੀਂ ਕਾਲ ਤੁਹਾਨੂੰ ਆਈ ਕਿ ਹਾਂ ਕਿ ਉੱਥੇ ਜਾਣਾ ਪੈਣਾ ਤੇ ਅਸੀਂ ਜਿਹੜਾ ਉਹ ਕੇਸ ਲੜਾਂਗੇ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਗੱਲ ਕੀਤੀ, ਉਹਨਾਂ ਦਾ ਜਿਹੜਾ ਰਿਐਕਸ਼ਨ ਕੀ ਸੀ? ਉਹ ਚਾਹੁੰਦੇ ਸੀ ਤੁਸੀਂ ਜਾਓ ਜਾਂ ਨਹੀਂ? ਜਦੋਂ ਤੁਸੀਂ ਬਹੁਤ ਹੀ ਬਖੂਬੀ ਸਵਾਲ ਪੁੱਛਿਆ, ਮਤਲਬ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਉੱਥੇ ਦੀ ਤਰਾਸਦੀ ਹੋ ਗਈ, ਜੋ ਕੁਝ ਦਿਖਾਇਆ ਜਾ ਰਿਹਾ ਸੀ ਉੱਥੇ ਬਿਲਕੁਲ ਅਨਸੇਫ ਆ, 26 ਤੋਂ ਬਾਅਦ ਇਹ ਅੰਦੋਲਨ ਫਲੋਪ ਹੋ ਗਿਆ, ਖਾਲੀ ਹੋ ਗਿਆ, ਸਿਰਫ ਟਰਾਲੀਆਂ ਰਹਿ ਗਈਆਂ, ਟੈਂਟ ਰਹਿ ਗਏ ਆ। ਤੇ ਉਦੋਂ ਜਦੋਂ ਇਹ ਮੈਸੇਜ ਮੇਰੇ ਤੱਕ ਆਇਆ ਤੇ ਮੈਂ ਉਹ ਮੈਸੇਜ ਰਾਤ ਪੜ੍ਹਿਆ, ਤੇ ਮੈਂ ਪਹਿਲਾਂ ਆਪਣੀ ਵਾਈਫ ਨੂੰ ਕਿਹਾ ਕਿ ਮੈਂ ਹੁਣ ਜਾਣਾ, ਮਤਲਬ ਸਵੇਰੇ। ਉਹ ਕਹਿੰਦੀ ਉੱਥੇ ਤਾਂ ਮਾਹੌਲ ਬਹੁਤ ਖ਼ਰਾਬ ਹੋ ਗਿਆ ਵੀ, ਮੈਨੂੰ ਲੱਗਦਾ ਕਿ ਚਲੋ ਮੰਮੀ ਉਹਨਾਂ ਨੇ ਤਾਂ ਮਨਾ ਕਰ ਦੇਣਾ, ਨਹੀਂ ਜਾਣ ਦੇਣਾ, ਬਾਕੀ ਤੁਹਾਡੀ ਮਰਜ਼ੀ ਆ। ਫਿਰ ਮੈਂ ਇੱਦਾਂ ਹੀ ਗੱਲ ਕਰਦਾ ਜੋ ਨੀਚੇ ਆਇਆ, ਆਪਣੇ ਮਤਲਬ ਫਾਦਰ ਉਹਨਾਂ ਨਾਲ ਬੈਠੇ ਸੀਗੇ, ਤੇ ਮੈਂ ਕਿਹਾ ਜੀ ਮੈਂ ਜਾਣਾ ਚਾਹੁੰਦਾ ਕਿ ਇੱਦਾਂ ਦਾ ਹੋ ਗਿਆ ਆ ਵੀ ਹੁਣ ਜ਼ਰੂਰਤ ਆ ਸਾਡੀ ਅੰਦੋਲਨ ਵਿੱਚ। ਅਸੀਂ ਉਦੋਂ ਬੜਾ ਕਹਿੰਦੇ ਸੀ, ਰੈਜ਼ੋਲੂਸ਼ਨ ਪਾਇਆ ਸੀ, ਅਸੀਂ ਕਿਸਾਨਾਂ ਦੇ ਨਾਲ ਆ, ਜੋ ਚਾਹਾਂਗੇ ਕਿਸਾਨਾਂ ਲਈ ਅਸੀਂ ਕਰਨ ਨੂੰ ਤਿਆਰ ਆ, ਵੀ ਹੁਣ ਸਾਡੇ ਲਈ ਕੁਝ ਕਰਨ ਦਾ ਮੌਕਾ ਆ। ਤੇ ਪੇਰੈਂਟਸ ਮਤਲਬ ਉਹ ਮੈਨੂੰ ਰੋਕ ਵੀ ਨਹੀਂ ਪਾ ਰਹੇ ਸੀਗੇ ਤੇ ਜਾਣ ਨੂੰ ਵੀ ਨਹੀਂ ਕਹਿ ਰਹੇ ਸੀਗੇ, ਜੋ ਪ੍ਰੈਕਟੀਕਲੀ ਸਿਚੁਏਸ਼ਨ ਉਦੋਂ ਇਹ ਬਣੀ। ਤੇ ਫਿਰ ਉਹ ਬਾਰ-ਬਾਰ ਇਕੁਅਲ ਤੂੰ ਧਿਆਨ ਨਾਲ ਤੂੰ ਦੇਖ ਲਈ, ਕੁਛ ਨਹੀਂ ਹੁੰਦਾ, ਇੱਦਾਂ ਬੜਾ ਭਗਤ ਸਿੰਘ ਨਹੀਂ ਬਣੀਦਾ, ਜੋ ਮੇਰੇ ਫਾਦਰ ਨੇ ਪ੍ਰੈਕਟੀਕਲੀ ਕਿਹਾ। ਮੈਂ ਕਿਹਾ ਦੇਖੋ ਜੀ ਜ਼ਰੂਰਤ ਆ ਹੁਣ, ਮਤਲਬ ਅਸੀਂ ਬਹੁਤ ਕਿਹਾ, ਟੀਵੀਆਂ ਸਾਰੇ ਪਾਸੇ ਸਾਡੇ ਵਕੀਲ ਸਾਹਿਬਾਨਾਂ ਨੇ ਕਿਹਾ ਸੀਗਾ ਅਸੀਂ ਨਾਲ ਆ ਨਾ, ਤੇ ਮੈਂ ਕਿਹਾ ਮੈਨੂੰ ਜਾਣਾ ਬਣਦਾ ਜੀ। ਕਹਿੰਦੇ ਦੇਖ ਲਈ ਤੂੰ ਜਾ ਕੇ, ਜਿੱਦਾਂ ਤੈਨੂੰ ਠੀਕ ਲੱਗੂਗਾ, ਧਿਆਨ ਰੱਖੀ ਆਪਣਾ, ਤੂੰ ਉੱਥੇ ਕਿੱਦਾਂ ਰਹੂੰਗਾ, ਕਿੱਦਾਂ ਦਾ ਮਾਹੌਲ ਆ। ਪਰ ਬਸ ਇੱਕ ਦਿਲ 'ਚ ਇੱਛਾ ਸੀਗੀ, ਕਿਉਂਕਿ ਕਹਿੰਦੇ ਨਾ ਕਿ ਮੰਜ਼ਿਲ ਮਿਲ ਹੀ ਜਾਊਗੀ ਇੱਕ ਦਿਨ, ਗੁੰਮਰਾਹ ਤਾਂ ਉਹ ਲੋਕ ਨੇ ਜੋ ਘਰੋਂ ਨਿਕਲੇ ਨਹੀਂ। ਤੇ ਉਹ ਬਸ ਇੱਕ ਆਸ ਲੈ ਕੇ ਆਪਾਂ ਕੱਪੜੇ ਪੈਕ ਕੀਤੇ ਆ ਤੇ ਘਰੋਂ ਚਲੇ ਗਏ ਆ। ਫਿਰ ਇੱਥੇ ਸਭ ਤੋਂ ਪਹਿਲਾਂ ਬਾਰਡਰ 'ਤੇ ਪਹੁੰਚੇ, ਉਸ ਤੋਂ ਬਾਅਦ ਰਕਾਬਗੰਜ ਗੁਰਦੁਆਰਾ ਸਾਹਿਬ ਜਿੱਥੇ ਮੀਟਿੰਗ ਕੰਡਕਟ ਹੋਣੀ ਸੀ ਉੱਥੇ ਪਹੁੰਚੇ। ਮਾਹੌਲ ਦੇਖਿਆ, ਜਦੋਂ ਪੇਰੈਂਟਸ, ਕਿਉਂਕਿ ਇੰਟਰਨੈਟ ਬੰਦ ਸੀਗਾ ਤੇ ਵਟਸਐਪ 'ਤੇ ਕੋਈ ਨਾ ਕਾਲ ਕਰ ਸਕਦੇ, ਮਾਹੌਲ ਦਿਖਾ ਸਕਦੇ ਸੀ, ਪਰ ਜਦੋਂ ਆਪਾਂ ਨੋਰਮਲ ਕਾਲ ਕਰਕੇ ਦੱਸਦੇ ਸੀ ਵੀ ਕੋਈ ਇੱਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਆ। ਪਰ ਲਗਾਤਾਰ ਫਿਰ ਵੀ ਉਹਨਾਂ ਦਾ ਰੋਜ਼ 5 6 7 ਵਾਰੀ ਫੋਨ ਆਉਂਦਾ ਸੀ। ਵਾਈਫ ਦਾ ਵੱਖਰਾ ਆਉਂਦਾ ਸੀਗਾ, ਫਾਦਰ ਦਾ ਵੱਖਰਾ, ਮਦਰ ਦਾ ਵੱਖਰਾ, ਤੇ ਸਿਸਟਰ ਦਾ ਵੱਖਰਾ, ਵੀ ਤੂੰ ਠੀਕ ਹੈ, ਆਪਣਾ ਧਿਆਨ ਰੱਖੀ ਉੱਦਾਂ। ਪਰ ਇਹ ਹੈ ਕਿ ਕਿਉਂਕਿ ਇੱਕ ਡਰ ਪੈਦਾ ਕਰ ਦਿੱਤਾ ਗਿਆ ਸੀਗਾ, ਪਰ ਫਿਰ ਵੀ ਅਸੀਂ ਉੱਥੇ ਵੀ ਬਾਰ-ਬਾਰ ਮਤਲਬ ਲੋਕਾਂ ਨੂੰ ਇਹੀ ਮੈਸੇਜ ਕਨਵੇ ਕਰ ਰਹੇ ਸੀਗੇ, ਕੋਈ ਇਹੋ ਜਿਹੀ ਗੱਲ ਨਹੀਂ ਆ, ਇਸ ਅੰਦੋਲਨ ਦੇ ਡਟੇ ਰਹੋ, ਤੇ ਜਦੋਂ ਤੱਕ ਇਹ ਅੰਦੋਲਨ ਅਸੀਂ ਜਿੱਤਦੇ ਨਹੀਂ ਉਦੋਂ ਤੱਕ ਤੁਹਾਨੂੰ ਵਾਪਸ ਨਹੀਂ ਜਾਣਾ ਚਾਹੀਦਾ ਜੀ। ਤੇ ਬਾਈ ਜੀ, ਨਾਲ ਦੀ ਨਾਲ ਇੱਕ ਹੋਰ ਸਵਾਲ ਬਣਦਾ ਕਿ ਤੁਸੀਂ ਉੱਥੇ 26 ਤੋਂ ਬਾਅਦ 1-2 ਦਿਨ ਬਾਅਦ ਪਹੁੰਚ ਗਏ ਸੀ, ਤੇ ਉੱਥੇ ਜਾ ਕੇ ਕਿਹੋ ਜਿਹਾ ਮਾਹੌਲ ਦੇਖਿਆ ਤੁਸੀਂ? ਕਿਉਂਕਿ ਲੋਕਾਂ ਦੇ ਵਿੱਚ ਡਰ ਬਹੁਤ ਸੀ ਕਿ ਉੱਥੇ ਜਿਹੜੇ ਲੋਕ ਵਾਪਸ ਜਾ ਰਹੇ ਨੇ, ਅੰਦੋਲਨ ਟੁੱਟ ਰਿਹਾ ਆ, ਕਿਸ ਤਰ੍ਹਾਂ ਦਾ ਮਾਹੌਲ? ਕਿਉਂਕਿ ਅਸੀਂ ਜਿਹੜੀ ਕਾਲ ਸੀ ਸਾਡੀ 28 ਤਰੀਕ ਨੂੰ ਕਾਲ ਸੀਗੀ, ਤੇ ਮੀਟਿੰਗ ਅਸੀਂ 31 ਨੂੰ ਕੀਤੀ ਆ, ਤੇ ਮੈਂ 31 ਸ਼ਾਮ ਨੂੰ ਪਹੁੰਚਾ ਆ। ਜਦੋਂ ਮੈਂ ਜਾ ਕੇ ਦੇਖਿਆ ਤਾਂ ਕੋਈ ਇੱਦਾਂ ਦੀ ਗੱਲ ਨਹੀਂ ਲੱਗੀ ਕਿ ਮਾਹੌਲ ਖਰਾਬ ਹੋ ਗਿਆ। ਜੇ ਆਪਾਂ ਗੱਲ ਕਰੀਏ 26 ਨੂੰ, ਸਿਰਫ ਉਹੀ ਲੋਕ ਵਾਪਸ ਆਏ ਆ ਜਿਹੜੇ 26 ਦੀ ਪਰੇਡ ਲਈ ਉੱਥੇ ਗਏ ਸੀ, ਜਾਂ 26 ਦੀ ਕਾਲ ਦੇ ਵਾਸਤੇ ਗਏ ਸੀਗੇ, ਜਿਹੜੇ ਵਾਕਈ ਇਸ ਅੰਦੋਲਨ ਦੇ ਵਿੱਚ ਆਪਾਂ ਕਹਿ ਲਈਏ 26 ਨਵੰਬਰ ਤੋਂ ਜੁੜੇ ਹੋਏ ਸੀ, ਜਾਂ ਕਹਿ ਲਈਏ 4 ਮਹੀਨੇ ਤੋਂ ਪਹਿਲਾਂ, ਜਿਵੇਂ ਕਿ ਅੰਦੋਲਨ ਪੰਜਾਬ ਵਿੱਚ ਸੀ ਹਲੇ ਉਦੋਂ ਤੋਂ ਜੁੜੇ ਹੋਏ ਸੀ। ਉਹ ਜਿਹੜਾ ਅੰਦੋਲਨ ਸੀ ਬਰਕਰਾਰ ਸੀ, ਉਹ ਉਹੀ ਪਰਸਨ ਉੱਥੇ ਐਜ਼ ਇਟ ਇਜ਼ ਹੀ ਉੱਥੇ ਬੈਠੇ ਹੋਏ ਸੀ ਬਾਰਡਰਾਂ ਉੱਤੇ। ਇਹ ਗੱਲ ਨਹੀਂ ਕਹੀ ਜਾ ਸਕਦੀ ਸੀ ਕਿ ਅੰਦੋਲਨ ਫਲੋਪ ਹੋ ਗਿਆ ਜਾਂ ਹੁਣ ਵਾਪਸ ਆ ਗਏ ਆ, ਉਹ ਖਤਮ ਹੋ ਗਿਆ, ਕੋਈ ਹੈ ਨਹੀਂ ਗਾ, ਇੱਦਾਂ ਦਾ ਬਿਲਕੁਲ ਵੀ ਮਾਹੌਲ ਦੇਖਣ ਨੂੰ ਨਹੀਂ ਮਿਲਿਆ ਉੱਥੇ। ਤੁਸੀਂ 26 ਦੀ ਘਟਨਾ ਤੋਂ ਬਾਅਦ ਹੀ ਉੱਥੇ ਗਏ ਹੋ ਜਾਂ ਪਹਿਲਾਂ ਵੀ ਤੁਸੀਂ ਜਾ ਚੁੱਕੇ ਸੀ? ਤੇ ਜੇ ਤੁਸੀਂ ਜਾ ਚੁੱਕੇ ਸੀਗੇ ਤੇ ਫਿਰ ਪਹਿਲਾਂ ਦੇ ਮਾਹੌਲ ਦੇ ਵਿੱਚ ਤੇ 26 ਦੀ ਘਟਨਾ ਤੋਂ ਬਾਅਦ ਦੇ ਮਾਹੌਲ ਦੇ ਵਿੱਚ ਕੀ ਫਰਕ ਸੀ? ਕਿਉਂਕਿ ਸਾਨੂੰ ਬਹੁਤ ਜ਼ਿਆਦਾ ਆਪਣਾ ਨੈਸ਼ਨਲ ਮੀਡੀਆ ਵੱਲੋਂ ਦਿਖਾਇਆ ਗਿਆ, ਇੰਟਰਨੈਟ ਬੰਦ ਸੀ, ਸੋ ਇੱਕ ਜ਼ਰੀਆ ਟੀਵੀ ਸੀਗਾ ਕਿ ਉੱਥੇ ਦਾ ਮਾਹੌਲ ਦੇਖਿਆ ਜਾਵੇ, ਪਰ ਨੈਸ਼ਨਲ ਮੀਡੀਆ ਨੇ, ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਹੋ ਜਿਹਾ ਮਾਹੌਲ ਦਿਖਾਇਆ, ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਗਿਆ। ਤੇ ਕਿਉਂਕਿ ਤੁਸੀਂ ਉੱਥੇ ਖੁਦ ਸੀ, ਅਸੀਂ ਕਵਰੇਜ ਕੀਤੀ ਹੈ ਸਾਰੀ ਲਾਈਵ 2-2.5 ਮਹੀਨਿਆਂ ਤੋਂ ਲਗਾਤਾਰ, ਤੇ ਸਾਨੂੰ ਪਤਾ ਹੈ, ਬਟ ਤੁਸੀਂ ਆਪਣੇ ਨਜ਼ਰੀਏ ਨਾਲ ਥੋੜਾ ਸਾਨੂੰ ਦੱਸੋ ਕਿ ਕਿਵੇਂ ਦਾ ਮਾਹੌਲ ਰਿਹਾ 26 ਤੋਂ ਪਹਿਲਾਂ ਦਾ ਤੇ 26 ਤੋਂ ਬਾਅਦ ਦਾ। 26 ਤੋਂ ਪਹਿਲਾਂ ਜਦੋਂ ਮੈਂ ਗਿਆ ਇੱਕ ਵਾਰ, ਤਾਂ ਸਾਡੀ ਜਿਹੜੀ ਬਾਰ ਐਸੋਸੀਏਸ਼ਨ ਫਲੋਰ ਆ, ਉਹਨਾਂ ਦੇ ਪ੍ਰਧਾਨ ਸਾਹਿਬ
ਤੇ ਮੈਂ ਜੁਆਇੰਟ ਸੈਕਟਰੀ ਹਾਂ ਉੱਥੇ, ਤੇ ਅਸੀਂ ਮਤਲਬ ਆਪਣੇ ਬਾਰ ਵੱਲੋਂ ਗਏ ਸੀਗੇ। ਇੱਕ ਵਾਰੀ ਮੈਂ ਆਪਣੇ ਪਿੰਡ ਦੇ ਮੁੰਡਿਆਂ ਨਾਲ ਮਤਲਬ ਉੱਥੇ ਗਿਆ ਸੀਗਾ, ਤੇ ਉਦੋਂ ਮਾਹੌਲ ਸੀਗਾ ਡਿਫਰੈਂਟ। ਉਦੋਂ ਮੈਨੂੰ ਇੱਦਾਂ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਇਹ ਮੇਲਾ ਚੱਲਦਾ ਪਿਆ ਆ, ਜਾਂ ਕਿਉਂਕਿ ਇੰਨਾ ਰਸ਼ ਸੀਗਾ। ਪਰ ਜੇ ਹੁਣ ਗੱਲ ਕਰੀਏ ਕਿ ਵਾਕਈ ਜੇ ਕਿਸੇ ਅੰਦੋਲਨ ਦੀ ਸ਼ੁਰੂਆਤ ਹੋਈ ਆ, ਤੇ ਉਹ 26 ਤੋਂ ਬਾਅਦ ਇੱਕ ਅੰਦੋਲਨ ਜਿਹੜਾ ਆ ਨਿੱਤਰ ਕੇ ਉੱਪਰ ਆਇਆ ਆ। ਵਾਕਈ ਉਹ ਬੰਦੇ ਜਿਹੜੇ ਉਸ ਅੰਦੋਲਨ ਦਾ ਹਿੱਸਾ ਪਹਿਲਾਂ ਵੀ ਬਣੇ ਸੀ ਜਾਂ ਹੁਣ ਬਣ ਰਹੇ ਆ, ਹਨਾ। ਕਹਿੰਦਾ ਕਿ ਜਦੋਂ ਮਤਲਬ ਛਾਤੀ ਤੇ ਗੋਲੀਆਂ ਲੱਗਣੀਆਂ ਹੋਣ, ਤੇ ਛਾਤੀ ਤੇ ਗੋਲੀਆਂ ਖਾਣ ਵਾਲੇ ਕੋਈ ਬੰਦੇ ਆਮ ਨਹੀਂ ਹੁੰਦੇ। ਤੇ ਹੁਣ 26 ਤੋਂ ਬਾਅਦ ਜਿੰਨੇ ਵੀ ਉੱਥੇ ਬੈਠੇ ਹੋਏ ਨੇ, ਉਹ ਉਹੀ ਬੰਦੇ ਨੇ ਜਿਹੜੇ ਮਤਲਬ ਉੱਥੇ ਸਾਨੂੰ ਇੱਕ ਬਜ਼ੁਰਗ ਮਿਲੇ ਆ, 85 ਸਾਲ ਦੇ ਸੀਗੇ। ਮੈਂ ਉਹਨਾਂ ਕੋਲ ਟਰਾਲੀ ਗਿਆ, ਤੇ ਮੈਂ ਕਿਹਾ ਵੀ ਬਜ਼ੁਰਗੋ ਵੀ ਹੁਣ ਕੀ ਮਾਹੌਲ ਦੇਖਦੇ ਆ? ਉਹ ਕਹਿੰਦੇ ਦੇਖੋ ਜੀ, ਮਾਹੌਲ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਮੈਨੂੰ ਤਾਂ ਇਹ ਪਤਾ ਜਾਂ ਤਾਂ ਇਹ ਅੰਦੋਲਨ ਜਿੱਤ ਕੇ ਜਾਣਾ, ਜਾਂ ਮੇਰੀ ਇੱਥੋਂ ਲਾਸ਼ ਵਾਪਸ ਜਾਣੀ ਆ। ਤੇ ਮਤਲਬ ਇਹ ਆਪਾਂ ਕਹਿ ਸਕੀਏ ਕਿ ਬਹੁਤ ਹੀ ਹੁਣ ਅੰਦੋਲਨ ਸ਼ੁਰੂ ਹੋਇਆ, ਸ਼ੁਰੂਆਤ ਅੰਦੋਲਨ ਦੀ ਹੁਣ ਹੋਈ ਆ। ਤੇ ਜਿੰਨੇ ਵੀ ਇਹਦਾ ਹੁਣ ਹਿੱਸਾ ਬਣ ਰਹੇ ਨੇ, ਉਹ ਇਤਿਹਾਸ ਵਿੱਚ ਗਵਾਹ ਹੋਣਗੇ ਕਿ ਅਸੀਂ ਉਸ ਅੰਦੋਲਨ ਦਾ ਹਿੱਸਾ ਬਣੇ ਸੀਗੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਅਸਲੀ ਸ਼ੁਰੂਆਤ ਹੈ ਉਹ ਹੁਣ ਹੋ ਚੁੱਕੀ ਹੈ 26 ਤੋਂ ਬਾਅਦ। ਜਿਹੜੀਆਂ ਤਸਵੀਰਾਂ ਸਾਨੂੰ ਦਿਖਾਈਆਂ ਗਈਆਂ ਸੀ ਕਿ ਨਹੀਂ, ਲੋਕ ਮੁੜ ਚੁੱਕੇ ਨੇ ਘਰਾਂ ਨੂੰ, ਤੇ ਉੱਥੇ ਹੁਣ ਟਰਾਲੀਆਂ ਖਾਲੀ ਹੋ ਰਹੀਆਂ ਨੇ। ਪਰ ਇਸ ਵੇਲੇ ਜੇ ਤਸਵੀਰ ਅਸੀਂ ਦੇਖੀਏ ਜਾਂ ਫਿਰ ਤੁਹਾਡੀ ਜ਼ੁਬਾਨੀ ਸੁਣੀਏ, ਤਾਂ ਅੰਦੋਲਨ ਜਿਹੜਾ ਆ ਅਸਲੀ ਮਾਇਨੇ ਦੇ ਵਿੱਚ ਹੁਣ ਸ਼ੁਰੂ ਹੋ ਚੁੱਕਿਆ। ਬਿਲਕੁਲ। ਤੇ ਬਾਈ ਜੀ ਇੱਕ ਗੱਲ ਹੋਰ ਕਿ ਜਦੋਂ ਤੁਸੀਂ ਉੱਥੇ ਪਹੁੰਚੇ, ਤੁਹਾਡੀ ਮੀਟਿੰਗ ਹੋਈ, ਮੀਟਿੰਗ ਤੋਂ ਬਾਅਦ ਤੁਸੀਂ ਕਿੰਨਾ ਸਮਾਂ ਉੱਥੇ ਰੁਕੇ, ਕਿੰਨੇ ਦਿਨ ਉੱਥੇ ਰੁਕੇ? ਮੈਂ ਲਗਭਗ 7 ਦਿਨ ਉੱਥੇ ਰਿਹਾ। ਉਸ ਤੋਂ ਬਾਅਦ ਸਾਨੂੰ ਮੇਰੀ ਡਿਊਟੀ ਅਲਾਟ ਹੋ ਗਈ ਕਿ ਤੁਸੀਂ ਸਿੰਘੂ ਬਾਰਡਰ ਤੇ ਜਾਣਾ ਆ। ਉੱਥੋਂ ਸਭ ਤੋਂ ਪਹਿਲਾਂ ਜਦੋਂ ਅਸੀਂ ਆਏ ਆ, ਅਸੀਂ ਨਾ ਆ ਕੇ ਉੱਥੇ ਵਕਾਲਤਨਾਮੇ ਟੈਸਟ ਕਰਾਏ ਜਿਹੜੇ ਬਜ਼ੁਰਗ ਬੰਦੇ ਸੀਗੇ, ਕਿਉਂਕਿ ਸਾਨੂੰ ਡਰ ਸੀਗਾ ਲਾਈਫ ਤੇ ਲਿਬਰਟੀ ਦਾ। ਤੇ ਸਾਡੇ ਕੋਲ, ਕਿਉਂਕਿ ਇੱਕ ਪਾਸੇ ਸੁਪਰੀਮ ਕੋਰਟ ਕਹਿ ਰਹੀ ਸੀਗੀ ਕਿ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਹਾਂ, ਸਾਡਾ ਅਧਿਕਾਰ ਆ। ਦੂਸਰੇ ਪਾਸੇ ਜਿਹੜੀ ਦਿੱਲੀ ਪੁਲਿਸ ਸੀਗੀ, ਉਹ ਸਾਡੇ ਕਿਸਾਨ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ ਧੱਕੇ ਨਾਲ ਅਰੈਸਟ ਕਰ ਰਹੀ ਸੀਗੀ। ਤੇ ਉਸ ਟਾਈਮ ਸਾਡੇ ਲਈ ਜ਼ਰੂਰੀ ਸੀਗਾ ਕਿ ਸਾਡੀ ਜਿਹੜੀ ਲਾਈਫ ਤੇ ਲਿਬਰਟੀ ਦੀ ਪ੍ਰੋਟੈਕਸ਼ਨ ਹੋਣੀ ਜ਼ਰੂਰੀ ਆ। ਤੇ ਅਸੀਂ ਜਿਹੜੇ ਆ ਉੱਥੇ ਵਕਾਲਤਨਾਮੇ ਆ ਬਜ਼ੁਰਗਾਂ ਕੋਲ ਟੈਸਟ ਕਰਵਾਏ, ਤੇ ਉਹ ਵੀ ਆਪਣੇ ਸੀਨੀਅਰ ਵਕੀਲ ਸਾਹਿਬਾਨ ਨੂੰ ਪ੍ਰੋਵਾਈਡ ਕਰਾਏ, ਤਾਂ ਕਿ ਉਹਨਾਂ ਦੀ ਲਾਈਫ ਤੇ ਲਿਬਰਟੀ ਦੀ ਜਿਹੜੀ ਇੱਕ ਰਿਟ ਆ, ਉਹ ਵੀ ਹਾਈ ਕੋਰਟ ਦੇ ਵਿੱਚ ਦਾਇਲ ਕੀਤੀ ਜਾ ਸਕੇ। ਉਸ ਤੋਂ ਬਾਅਦ ਸਾਡਾ ਹੈਲਪ ਡੈਸਕ ਸੈੱਟ ਹੋ ਗਿਆ, ਤੇ ਮੈਂ ਲਗਭਗ 7 ਦਿਨ ਉੱਥੇ ਆਪਣੀ ਸੇਵਾ ਨਿਭਾ ਕੇ ਆਇਆ ਜੀ ਵਾਪਸ। ਤੇ ਹੁਣ ਤੱਕ ਕਿੰਨੇ ਲੋਕਾਂ ਦਾ ਪਤਾ ਲੱਗ ਚੁੱਕਿਆ ਹੈ ਕਿ ਕਿੰਨੇ ਲੋਕ ਜੇਲ੍ਹਾਂ ਦੇ ਵਿੱਚ ਨੇ, ਜਾਂ ਹੋਰ ਵੀ ਲੋਕ ਹੈ ਜਿਨ੍ਹਾਂ ਦੀ FIR ਹਜੇ ਸਾਡੇ ਸਾਹਮਣੇ ਨਹੀਂ ਆਈ? ਕਿੰਨੇ ਕੁ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਸਾਡੇ ਸਾਹਮਣੇ ਆ ਚੁੱਕੀ ਹੈ ਲਿਖਤੀ ਰੂਪ ਦੇ ਵਿੱਚ? ਲਿਖਤੀ ਰੂਪ ਵਿੱਚ ਆਪਾਂ ਜੇ ਗੱਲ ਕਰੀਏ ਤਾਂ 127 ਪਰਸਨ ਸੀਗੇ ਜਿਹੜੇ ਜੇਲ੍ਹਾਂ ਵਿੱਚ ਬੰਦ ਸੀਗੇ। ਉਹਦੇ ਵਿੱਚੋਂ 22 ਪਰਸਨ ਸੀਗੇ, ਮਤਲਬ 149 ਟੋਟਲ ਸੀਗੇ ਜਿਹੜੇ ਟ੍ਰੇਸ ਆਊਟ ਹੋ ਗਏ ਸੀਗੇ। 22 ਮਿਸਿੰਗ ਸੀਗੇ ਜਿਨ੍ਹਾਂ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ। 127 ਦੇ ਵਿੱਚੋਂ ਜੇ ਅੱਜ ਦੀ ਗੱਲ ਕਰੀਏ ਤੇ 19 ਜਾਣੇ ਦੀ ਜ਼ਮਾਨਤ ਆ, ਜਿਹੜੀ ਸਾਡੀ ਟੀਮ ਲੜ ਰਹੀ ਹੈ। 150 ਵਕੀਲ ਜਿਹੜੇ ਲੜ ਰਹੇ ਨੇ, ਸਾਡੀ ਟੀਮ ਨੇ ਹੁਣ ਤੱਕ 19 ਜਾਣਿਆਂ ਦੀ ਜਿਹੜੀ ਆ ਜ਼ਮਾਨਤ ਉਹ ਕਰਵਾ ਦਿੱਤੀ ਆ। ਬਾਕੀਆਂ ਦੀ ਜਿਹੜੀ ਆ ਬੇਲ ਐਪਲੀਕੇਸ਼ਨਾਂ ਹਾਲੇ ਪੈਂਡਿੰਗ ਪਈਆਂ ਨੇ, ਤੇ ਉਸ ਤੋਂ ਬਾਅਦ ਜਿਹੜੀ ਮਿਸਿੰਗ ਪਰਸਨ ਨੇ ਉਹਨਾਂ ਦੀ ਭਾਲ ਵੀ ਜਾਰੀ ਆ। ਹੁਣ ਇੱਥੇ ਅਸੀਂ ਥੋੜੀ ਦੇਰ ਵਾਸਤੇ ਰੁਕਾਂਗੇ, ਇੱਕ ਵੇਲਾ ਹੋ ਚੁੱਕਿਆ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਹ ਗੱਲਬਾਤ ਦਾ ਸਿਲਸਿਲਾ ਇਦਾਂ ਹੀ ਚੱਲਦਾ ਰਹੇਗਾ। ਔਰ ਅੱਜ ਗੱਲ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਮੁੱਦੇ ਤੇ ਗੱਲ ਚੱਲ ਰਹੀ ਹੈ ਕਿ 26 ਦੀ ਘਟਨਾ ਤੋਂ ਬਾਅਦ ਲੋਕ ਜਿਹੜੇ ਲਾਪਤਾ ਸੀ ਜਾਂ ਜੇਲ੍ਹਾਂ ਵਿੱਚ ਬੰਦ ਸੀ, ਉਹਨਾਂ ਦੀ ਖੋਜ ਕਿਵੇਂ ਕੀਤੀ ਜਾ ਰਹੀ ਹੈ ਵਕੀਲਾਂ ਵੱਲੋਂ। ਤੇ ਵਕੀਲ ਸਾਡੇ ਨਾਲ ਇਸ ਵੇਲੇ ਸਟੂਡੀਓ 'ਚ ਮੌਜੂਦ ਨੇ। ਗੱਲਬਾਤ ਦਾ ਸਿਲਸਿਲਾ ਇੱਕ ਵਾਰ ਫਿਰ ਤੋਂ ਸ਼ੁਰੂ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਗੱਲ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਗੌਰਵ ਕੌਸ਼ਲ ਜੀ ਜੁੜੇ ਹੋਏ ਨੇ, ਜੋ ਕਿ ਐਡਵੋਕੇਟ ਨੇ। ਬਾਈ ਜੀ, ਅਗਲਾ ਸਵਾਲ ਇਹ ਹੈ ਕਿ ਜਿਹੜੀ 26 ਦੀ ਘਟਨਾ ਹੋਈ, ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਸਨ, ਉਹਨਾਂ ਦੇ ਚਿਹਰੇ ਕਿਤੇ ਨਾ ਕਿਤੇ ਮੁਰਝਾ ਗਏ ਸੀ, ਉਦਾਸ ਸਨ। ਤੇ ਜਦੋਂ ਤੁਸੀਂ ਉੱਥੇ ਪਹੁੰਚੇ, ਤੁਹਾਨੂੰ ਦੇਖਣ ਤੋਂ ਬਾਅਦ ਉੱਥੇ ਕਿਹੋ ਜਿਹਾ ਮਾਹੌਲ ਹੋਇਆ? ਜਦੋਂ ਅਸੀਂ ਉੱਥੇ ਪਹੁੰਚੇ ਮੀਟਿੰਗ ਤੋਂ ਬਾਅਦ 1 ਫਰਵਰੀ ਨੂੰ ਅਸੀਂ ਉੱਥੇ ਸਿੰਘੂ ਬਾਰਡਰ ਤੇ ਪਹੁੰਚੇ ਆ। ਤੇ ਜਦੋਂ ਅਸੀਂ ਟਰਾਲੀ ਟੂ ਟਰਾਲੀ ਗਏ ਜਾਂ ਪਰਸਨ ਨੂੰ ਮਿਲੇ, ਤਾਂ ਅਸੀਂ ਦੱਸਿਆ ਕਿ ਅਸੀਂ ਵਕੀਲ ਆ, ਅਸੀਂ ਇੱਕ ਟੀਮ ਦਾ ਗਠਨ ਕੀਤਾ ਆ, ਤੇ ਸਾਰੇ ਵਕੀਲ ਸਾਹਿਬਾਨ ਨੇ ਮੁਫਤ ਕਾਨੂੰਨੀ ਸਹਾਇਤਾ ਦੇਣਗੇ, ਤੁਹਾਡੀ ਮਦਦ ਦੇ ਲਈ ਅਸੀਂ ਇੱਥੇ ਆਏ ਆ, ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ। ਜੇ ਕੋਈ ਤੁਹਾਡੇ ਪਿੰਡ ਦਾ ਮੁੰਡਾ, ਬਜ਼ੁਰਗ ਜਾਂ ਕੋਈ ਵੀ ਆ ਉਹ ਜੇਲ੍ਹ ਚਲਾ ਗਿਆ, ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ। ਤੇ ਉਹਨਾਂ ਦੇ ਚਿਹਰੇ ਉੱਤੇ ਮਤਲਬ ਇੱਕ ਕਹਿੰਦੇ ਨੇ ਰੂਹਾਨੀ ਚਮਕ ਜੀ ਸਾਨੂੰ ਦੇਖਣ ਨੂੰ ਮਿਲਦੀ ਸੀ, ਕਿ ਇੱਕ ਆਸ ਦੀ ਕਿਰਨ, ਕਿ ਉਹ ਬੇਪਰਵਾਹ ਹੁੰਦੇ ਜਾਪਦੇ ਸੀ ਕਿ ਅਸੀਂ ਵਾਕਈ ਹੁਣ ਜਿਹੜੇ ਸਾਡੇ ਕਿਸਾਨ ਅੰਦਰ ਚਲੇ ਗਏ ਆ ਜਾਂ ਨੌਜਵਾਨ ਅੰਦਰ ਚਲੇ ਗਏ ਆ, ਉਹਨਾਂ ਨੂੰ ਬਾਹਰ ਕਢਾਉਣ ਦੀ ਜਿਹੜੀ ਟੈਨਸ਼ਨ ਉਹਨਾਂ ਨੂੰ ਸੀ, ਉਹ ਸਾਡੀ ਖਤਮ ਹੋ ਗਈ ਆ। ਹੁਣ ਵਕੀਲ ਆ ਗਿਆ ਜੀ ਸਾਡੇ ਲਈ, ਉਹ ਕੰਮ ਹੁਣ ਵਕੀਲਾਂ ਨੇ ਆਪੇ ਕਰ ਲੈਣਾ। ਇੱਕ ਜੇ ਹੁਣ ਆਪਾਂ ਗੱਲ ਕਰੀਏ ਕਿ ਸਾਨੂੰ ਖੁਦ ਪਤਾ ਸੀ ਵੀ ਜੇ 307 ਦਾ ਪਰਚਾ ਹੈ, ਉਹਦੀ ਜ਼ਮਾਨਤ
ਹੋਣ ਨੂੰ ਥੋੜਾ ਟਾਈਮ ਲੱਗਣਾ, ਕਿਉਂਕਿ ਹੁਣ ਅਸੀਂ 1 ਫਰਵਰੀ ਤੋਂ ਡਟੇ ਹੋਏ ਆ ਤੇ ਅੱਜ ਦੀ ਤਰੀਕ ਦੇ ਹਿਸਾਬ ਨਾਲ ਹਾਲੇ ਤੱਕ 19 ਜ਼ਮਾਨਤਾਂ ਹੋਈਆਂ ਆ। ਪਰ ਅਸੀਂ ਜਦੋਂ ਇੰਨਾ ਕਹਿੰਦੇ ਸੀ ਅਸੀਂ ਜ਼ਮਾਨਤਾਂ ਕਰਨੀਆਂ, ਅਸੀਂ ਮੁਫਤ ਕੇਸ ਲੜਨੇ ਆ, ਉਹਨਾਂ ਦੇ ਵਿੱਚ ਇੱਕ ਆਸ ਦੀ ਕਿਰਨ ਸੀਗੀ ਤੇ ਉਹਨਾਂ ਦੇ ਵਿੱਚ ਸੰਘਰਸ਼ ਨੂੰ ਲੜਨ ਦੇ ਲਈ ਇੱਕ ਹੋਰ એનર્ਜੀ ਮਤਲਬ ਪਾਵਰ ਵੱਧ ਗਈ, ਜਿਹੜੀ ਉਹਨਾਂ ਨੇ ਪਾਵਰ ਆਪਣੇ ਨਿਆਣਿਆਂ ਨੂੰ ਜਾਂ ਬਜ਼ੁਰਗਾਂ ਨੂੰ ਲੱਭਣ ਵਿੱਚ ਜਾਂ ਉਹਨਾਂ ਨੂੰ ਜ਼ਮਾਨਤ ਕਰਾਉਣ ਵਿੱਚ ਲਾਉਣੀ ਸੀ ਨਾ, ਉਹ ਪਾਵਰ ਵੀ ਉਹ ਕਹਿੰਦੇ ਹੁਣ ਵਕੀਲ ਆ ਗਏ, ਇਹਨਾਂ ਨੇ ਆਪੇ ਸਾਂਭ ਲੈਣਾ, ਫਿਰ ਛੱਡੋ ਤੁਸੀਂ, ਹੁਣ ਆਪਾਂ ਅੰਦੋਲਨ ਵੱਲ ਆਪਣਾ ਕੰਸਨਟਰੇਟ ਕਰੀਏ। ਇੱਕ ਉਹਨਾਂ 'ਚ ਰੂਹਾਨੀ ਚਮਕ ਦੇਖਣ ਨੂੰ ਮਿਲੀ ਉਦੋਂ ਸਾਨੂੰ। ਕਈਆਂ ਦੇ ਇਦਾਂ ਦੇ ਸਵਾਲ ਵੀ ਹੋਣਗੇ ਕਿ ਬਿੱਲ ਜਿਹੜੇ ਨੇ ਉਹ ਸਰਕਾਰ ਵੱਲੋਂ ਬਣਾਏ ਗਏ ਆ, ਉਹ ਕਾਨੂੰਨੀ ਬਿੱਲ ਅਸੀਂ ਕਹਿ ਸਕਦੇ ਹਾਂ ਕਿ ਫਾਇਦੇ ਲਈ ਆ ਕਿਸਾਨ ਦੇ ਲਈ, ਜਿਹੜਾ ਕਿ ਸਰਕਾਰ ਵੱਲੋਂ ਅਜਿਹਾ ਆਖਿਆ ਜਾ ਰਿਹਾ ਆ। ਤੇ ਕੁਝ ਲੋਕ ਅਜਿਹੇ ਵੀ ਹੋਣਗੇ, ਸ਼ਾਇਦ ਤੁਹਾਨੂੰ ਨੈਗੇਟਿਵ ਕਮੈਂਟ ਵੀ ਆਏ ਹੋਣਗੇ ਕਿ ਵਕੀਲ ਹੋ, ਕਾਨੂੰਨ ਦੀ ਤੁਸੀਂ ਪੈਰਵਾਈ ਕਰਦੇ ਹੋ ਤੇ ਇੱਥੇ ਤੁਸੀਂ ਸਾਡੇ ਲਈ ਫ੍ਰੀ ਕਿੱਦਾਂ ਸੇਵਾ ਨਿਭਾ ਸਕਦੇ ਹੋ। ਇਦਾਂ ਦੇ ਸਵਾਲ ਵੀ ਤੁਹਾਡੇ ਕੋਲ ਆਏ ਕੁਝ? ਨਹੀਂ, ਇਦਾਂ ਦੇ ਤਾਂ ਸਵਾਲ ਨਹੀਂ ਆਏ, ਕਿਉਂਕਿ ਕਈਆਂ ਨੇ ਇਹ ਇਤਰਾਜ਼ ਜਤਾਇਆ ਵੀ ਜਿਹੜੇ ਵਕੀਲ ਆ ਜੋ ਮੁਫਤ ਕੰਮ ਕਰੂਗਾ ਤਾਂ ਕਿੱਦਾਂ ਦਾ ਕੰਮ ਕਰੂਗਾ। ਪਰ ਉਹਨਾਂ ਨੂੰ ਇਹ ਸੀ ਕਿ ਸੰਯੁਕਤ ਕਿਸਾਨ ਮੋਰਚੇ ਨੇ ਸਾਡੀ ਸੇਵਾ ਲਈ ਆ, ਅਸੀਂ ਵਿਲਿੰਗਲੀ ਆ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਵੀ ਸੇਵਾ ਕਰੀਏ ਤੇ ਇਸ ਅੰਦੋਲਨ ਦਾ ਹਿੱਸਾ ਬਣੀਏ। ਤਾਂ ਅਸੀਂ ਸਾਰੇ ਆ ਉਹ ਮੁਫਤ ਕਾਨੂੰਨੀ ਸਹਾਇਤਾ ਦੇਣ ਲਈ ਤਿਆਰ ਸੀ, ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਸਾਹਿਬਾਨ ਨੇ। ਕੁਝ ਕੁ ਬਹੁਤ ਹੀ ਸੀਨੀਅਰ ਵਕੀਲ ਸਾਹਿਬਾਨ, ਬਹੁਤ ਹੀ ਫੇਮਸ ਪਰਸਨੈਲਿਟੀਆਂ ਨੇ, ਸੁਪਰੀਮ ਕੋਰਟ ਦੇ ਵਕੀਲ ਸਾਹਿਬਾਨ ਨੇ, ਉਹਨਾਂ ਨਾਲ ਵੀ ਫੋਨ ਉੱਤੇ ਗੱਲ ਹੋਈ ਆ। ਉਹ ਵੀ ਕਹਿ ਰਹੇ ਆ ਕਿ ਮਤਲਬ ਉਹਨਾਂ ਦੀ ਸੋਚੀਏ ਕਿ ਫੀਸਾਂ 25-25 ਲੱਖ ਰੁਪਏ ਵੀ ਕਈ ਵਕੀਲਾਂ ਦੀਆਂ ਫੀਸਾਂ ਹੈਗੀਆਂ ਆ, ਪਰ ਉਹਨਾਂ ਨੇ ਵੀ ਇਹ ਆਸ਼ਵਾਸਨ ਦਵਾਇਆ ਕਿ ਮੇਰੀ ਜਿੱਥੇ ਜ਼ਰੂਰਤ ਆ, ਜਿੱਥੇ ਵੀ ਤੁਸੀਂ ਮੈਨੂੰ ਖੜਾ ਕਰੋਗੇ, ਜਿਹੜੇ ਵੀ ਕੇਸ ਵਿੱਚ ਆਰਗਿਊ ਕਰਨ ਦੇ ਲਈ ਕਹੋਗੇ, ਬਹਿਸ ਕਰਨ ਲਈ ਕਹੋਗੇ, ਮੈਂ ਮੁਫਤ ਬਹਿਸ ਕਰਨ ਦੇ ਲਈ ਤਿਆਰ ਹਾਂ। ਜਿਹੜੀ ਇੱਕ ਸਾਡੇ ਵਕੀਲ ਭਾਈਚਾਰੇ ਲਈ ਜਾਂ ਕਿਸਾਨੀ ਅੰਦੋਲਨ ਲਈ ਜਾਂ ਸੰਯੁਕਤ ਕਿਸਾਨ ਮੋਰਚੇ ਲਈ ਬਹੁਤ ਹੀ ਵੱਡੀ ਗੱਲ ਸੀ। ਜੀ ਬਿਲਕੁਲ। ਤੇ ਬਾਈ ਜੀ ਇੱਥੇ ਇੱਕ ਹੋਰ ਸਵਾਲ ਨਿਕਲਦਾ ਹੈ ਕਿ ਜਿਵੇਂ ਤੁਸੀਂ ਹੁਣ ਉੱਥੇ ਪਹੁੰਚੇ ਤੇ ਤੁਹਾਡੇ ਦਿਮਾਗ ਦੇ ਜਾਂ ਤੁਹਾਡੇ ਮਨ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਇਆ ਕਿ ਮੈਂ ਆਪਣਾ ਕੰਮ ਕਰ ਛੱਡ ਕੇ ਕਿਉਂ ਜਾਵਾਂ? ਕਿਉਂਕਿ ਦੇਖੋ ਜੀ, ਮੇਰੇ ਕੋਲ ਜ਼ਮੀਨ ਤਾਂ ਨਹੀਂ ਪਰ ਜ਼ਮੀਰ ਤਾਂ ਹੈ ਨਾ, ਹਨਾ। ਇਹ ਗੱਲ ਆਪਾਂ ਕਰ ਸਕਦੇ ਹਾਂ ਕਿ ਕੰਮ ਛੱਡ ਕੇ ਜੇ ਅਸੀਂ ਅੱਜ ਨਾ ਛੱਡਦੇ ਤੇ ਕੱਲ੍ਹ ਨੂੰ ਜੋ ਅਸੀਂ ਕੁਝ ਕਮਾਉਣਾ ਆ, ਜੇ ਇਹ ਬਿੱਲ ਐਜ਼ ਇਟ ਇਜ਼ ਹੀ ਰਹਿ ਗਿਆ ਤਾਂ ਅਸੀਂ ਉਹ ਚੀਜ਼ਾਂ ਉਨੀਆਂ ਮਹਿੰਗੀਆਂ ਖਰੀਦਣੀਆਂ, ਹਨਾ। ਇਸ ਕਰਕੇ ਜਿਹੜੀ ਸੱਚ ਦੀ ਆਵਾਜ਼ ਆ, ਇਹਨੂੰ ਕਾਇਮ ਰੱਖਣ ਦੇ ਲਈ ਸਾਨੂੰ ਅੱਜ ਆਵਾਜ਼ ਉਠਾਉਣਾ ਜ਼ਰੂਰੀ ਸੀ। ਕਹਿੰਦਾ ਕਿ ਰੁਕਣਾ ਮਤ, ਚਲਤੇ ਰਹਿਣਾ, ਰੁਕ ਗਏ ਤਾਂ ਥੱਕ ਜਾਓਗੇ। ਤਾਂ ਇਸ ਚੀਜ਼ ਨੂੰ ਲੈ ਕੇ ਅਸੀਂ ਤੁਰੇ ਜਾ ਰਹੇ ਹਾਂ। ਇਹ ਪੈਸਾ ਤਾਂ ਸਾਰੀ ਜ਼ਿੰਦਗੀ ਬੰਦਾ ਕਮਾ ਸਕਦਾ, ਪਰ ਮੈਂ ਪਰਸਨਲੀ ਤੁਹਾਨੂੰ ਗੱਲ ਦੱਸਦਾ ਕਿ ਮੈਂ 5 ਸਾਲ ਹੋ ਗਏ ਮੈਨੂੰ ਵਕਾਲਤ ਕਰਦੇ ਨੂੰ। ਉਸ ਹਫ਼ਤੇ ਦੇ ਵਿੱਚ ਜਾਂ ਜੋ ਕੁਛ ਮੈਂ ਸਿੱਖਿਆ ਜਾਂ ਜੋ ਕੁਛ ਵੀ ਮੈਂ ਦੇਖਿਆ ਜਾਂ ਉਹ ਸੇਵਾ ਨਿਭਾਈ, ਜੋ ਉਹ ਕੰਮ ਕਰਕੇ ਦਿਲ ਨੂੰ ਸਕੂਨ ਮਿਲਿਆ, ਹੋ ਸਕਦਾ ਕਿ ਮੈਂ 5 ਸਾਲ ਦੇ ਵਕਾਲਤ ਦੇ ਅਰਸੇ ਵਿੱਚ ਜੋ ਪੈਸਾ ਵੀ ਕਮਾਇਆ ਉਹਦੀ ਕੋਈ ਬਰਾਬਰੀ ਨਹੀਂ ਜੀ ਹੋ ਸਕਦੀ। ਵਾਹ ਜੀ, ਬਹੁਤ ਸੋਹਣੀ ਗੱਲ ਹੈ। ਤੇ ਦਿੱਲੀ ਦੇ ਲੋਕਾਂ ਦੀ ਗੱਲ ਕਰਦੇ ਆ, ਜਿਹੜੇ ਸਥਾਨਕ ਲੋਕ ਨੇ ਉੱਥੇ ਦੇ, ਕਿਉਂਕਿ 2.5 ਮਹੀਨੇ ਮੈਨੂੰ ਲੱਗਦਾ ਹੋ ਚੱਲੇ ਨੇ ਇਸ ਅੰਦੋਲਨ ਨੂੰ ਚੱਲਦੇ ਹੋਏ, ਤੇ ਉੱਥੇ ਦੇ ਲੋਕਾਂ ਦੇ ਬੜੇ ਸਵਾਲ ਨੇ ਜਾਂ ਲੋਕਾਂ ਦੀਆਂ ਬੜੀਆਂ ਪਰੇਸ਼ਾਨੀਆਂ ਨੇ। ਕਿਉਂਕਿ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਕਿ ਅੰਦੋਲਨ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ, ਕਿਸੇ ਨੂੰ ਵੀ ਕੋਈ ਵੀ ਤਕਲੀਫ ਨਹੀਂ ਹੈ, ਪਰ ਇਹ ਲੋਕਾਂ ਦੇ ਮੂੰਹੋਂ ਜਦੋਂ ਅਸੀਂ ਸੁਣਦੇ ਹਾਂ ਕਿਤੇ ਨਾ ਕਿਤੇ ਪਰੇਸ਼ਾਨੀਆਂ ਤਾਂ ਹੈ, ਇਸ ਗੱਲ ਨੂੰ ਮੰਨਣਾ ਪੈਣਾ ਹੀ ਹੈ। ਤਾਂ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਕਿ ਸਾਨੂੰ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਇੱਥੇ ਇਸ ਅੰਦੋਲਨ ਕਾਰਨ ਜਾਂ ਫਿਰ ਕਿਸਾਨਾਂ ਕਾਰਨ? ਕਿਉਂਕਿ ਜਿੰਨੀ ਵਾਰ ਅਸੀਂ ਲੋਕਾਂ ਨਾਲ ਉੱਥੇ ਗੱਲ ਕੀਤੀ ਹੈ ਕਿ ਹੋਰ ਕਿਸੇ ਤਰੀਕੇ ਦੀ ਕੋਈ ਵੀ ਤਕਲੀਫ ਨਹੀਂ ਹੈ ਉੱਥੇ ਦੇ ਸਥਾਨਕ ਲੋਕਾਂ ਨੂੰ, ਪਰ ਹਾਂ ਕੰਮਾਂ ਕਾਰਾਂ ਦੇ ਉੱਤੇ ਥੋੜਾ ਜਿਹੜਾ ਅਸਰ ਹੈ ਇਸ ਅੰਦੋਲਨ ਦਾ ਪਿਆ ਹੈ। ਤੁਹਾਨੂੰ ਕਿਹੋ ਜਿਹੀਆਂ ਗੱਲਾਂ ਸੁਣਨ ਦੇ ਵਿੱਚ ਆਈਆਂ? ਉਹਦੇ ਵਿੱਚ ਇਸ ਤਰ੍ਹਾਂ ਸੀ, ਮੈਨੂੰ 1-2 ਵਾਰ ਜਿਵੇਂ ਬਾਰਡਰ ਤੇ ਸੀਗਾ ਤੇ ਮੈਨੂੰ ਬਾਰਡਰ ਕ੍ਰਾਸ ਕਰਕੇ ਦਿੱਲੀ ਦੇ ਵਿੱਚ ਜਾਣਾ ਪਿਆ 1-2 ਕੰਮ ਕਰਨ ਦੇ ਲਈ ਜਾਂ ਕੋਈ ਡਾਕੂਮੈਂਟ ਸਬਮਿਟ ਕਰਨ ਦੇ ਜਾਂ ਫੜਾਉਣ ਦੇ ਲਈ। ਤੇ ਮੈਂ ਪਰਸਨਲੀ ਜਦੋਂ ਗਿਆ ਬਾਰਡਰ ਤੇ ਆਟੋ 'ਚ ਬੈਠਾ ਤੇ ਉੱਥੇ 1-2 ਪਰਸਨ ਸੀਗੇ ਤੇ ਉਹਨਾਂ ਨਾਲ ਗੱਲ ਉਹਦੇ ਚੱਲੀ ਵੀ ਕਿੱਦਾਂ ਤੁਸੀਂ ਠੀਕ। ਉਹ ਕਹਿੰਦੇ ਕਿ ਸਾਡੇ ਲਈ ਪ੍ਰੋਬਲਮ ਇਹ ਬਣੀ ਹੋਈ ਆ ਕਿ ਅੱਗੇ ਅਸੀਂ ਓਵਰ ਟਾਈਮ ਕਰਦੇ ਸੀ ਜਦੋਂ ਅਸੀਂ ਕੰਮ ਤੇ ਜਾਂਦੇ ਸੀ। ਜਿਵੇਂ ਸਾਡੀ ਸ਼ਿਫਟ ਹੈਗੀ ਆ 9 ਤੋਂ 4 ਆ, ਅਸੀਂ 4 ਵਜੇ ਤੋਂ 7 ਵਜੇ ਤੱਕ ਓਵਰ ਟਾਈਮ ਵੀ ਕਰਦੇ ਸੀ ਤੇ ਹੋਰ ਪੈਸੇ ਕਮਾਉਂਦੇ ਸੀ, ਕਿਉਂਕਿ ਹੁਣ ਜਿਹੜਾ ਬਾਰਡਰ ਹੈ ਉਹ ਬੈਰੀਗੇਟਿੰਗ ਕਰ ਦਿੱਤੀ ਗਈ ਆ ਤੇ ਬਾਰਡਰ ਈਜ਼ੀਲੀ ਅਸੀਂ ਕ੍ਰਾਸ ਨਹੀਂ ਕਰਦੇ। ਉਹਨੂੰ ਕ੍ਰਾਸ ਕਰਕੇ ਜਾਣ ਲਈ ਲਗਭਗ 40 ਤੋਂ 45 ਮਿੰਟ ਬਾਰਡਰ ਤੇ ਅੱਗੇ ਉੱਥੇ ਜਿਹੜਾ ਮੈਟਰੋ ਸਟੇਸ਼ਨ ਆ ਇਹ ਜਹਾਂਗੀਰਪੁਰੀ ਆ, ਉਹਦੇ ਤੱਕ ਪਹੁੰਚਣ ਲਈ ਉਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ। ਇਸ ਕਰਕੇ ਉਹ ਕਹਿੰਦੇ ਕਿ ਅਸੀਂ ਕਈ ਵਾਰ ਆਪਣੀ ਜਿਹੜੀ ਆ ਦਿਹਾੜੀ ਵੀ ਪੂਰੀ ਨਹੀਂ ਕਰਦੇ, ਸਾਨੂੰ ਅੱਧੀ ਛੱਡ ਕੇ ਜਾਣਾ ਪੈਂਦਾ ਤਾਂ ਜੋ ਅਸੀਂ ਸ਼ਾਮ ਨੂੰ ਆਪਣੇ ਘਰ ਤੱਕ ਹੀ ਪਹੁੰਚ ਸਕੀਏ। ਇਹ ਉਹਨਾਂ ਲਈ ਬਹੁਤ ਹੀ ਸਮੱਸਿਆ ਬਣੀ ਹੋਈ ਅੱਜ ਦੀ ਡੇਟ 'ਚ। ਜੀ, ਤੇ ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਪੱਤਰਕਾਰਾਂ ਨੂੰ, ਬਹੁਤ ਸਾਰੇ ਲੋਕਾਂ ਨੂੰ 26 ਤਰੀਕ ਦੀ ਘਟਨਾ ਤੋਂ ਪਹਿਲਾਂ NIA ਦੇ ਨੋਟਿਸ ਆ ਗਏ ਸੀਗੇ ਤੇ ਸੰਯੁਕਤ ਕਿਸਾਨ ਮੋਰਚੇ ਨੇ ਗੱਲ ਆਖੀ ਸੀ ਕਿ ਜਿਹੜੇ ਨੋਟਿਸ ਆਏ ਨੇ, ਜਿਨ੍ਹਾਂ ਵੀ ਲੋਕਾਂ ਨੂੰ ਆਏ ਨੇ, ਉਹਨਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਅਸੀਂ ਇਸ ਦੇ ਉੱਤੇ ਪੂਰਾ ਧਿਆਨ ਦੇਵਾਂਗੇ, ਕਾਰਵਾਈ ਕੀਤੀ ਜਾਵੇਗੀ। ਤੇ ਕੀ ਲੱਗਦਾ ਹੈ ਕਿ ਹੁਣ ਜਿਹੜੀ ਇੱਕ ਕਮੇਟੀ ਬਣੀ ਹੈ ਵਕੀਲਾਂ ਦੀ, ਉਹਦੇ ਵਿੱਚ NIA ਦੇ ਕੇਸਿਸ ਵੀ ਹੈਂਡਲ ਕੀਤੇ ਜਾ ਰਹੇ ਨੇ ਜਾਂ ਫਿਰ ਹਜੇ ਸਿਰਫ ਤੇ ਸਿਰਫ ਫੋਕਸ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਲਾਪਤਾ ਨੇ ਜਾਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਰਿਹਾ ਕਰਵਾਇਆ ਜਾਵੇ?
ਦੇਖੋ, ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਬਾਰੇ ਜਾਣਕਾਰੀ ਮਿਲ ਗਈ ਆ, ਵਕਾਲਤਨਾਮੇ ਟੈਸਟ ਹੋ ਰਹੇ ਆ, ਉਹ ਕੰਮ ਤਾਂ ਚੱਲੇ ਰਿਹਾ ਆ। ਪਰ ਜਿਹੜੇ ਇਸ ਕਮੇਟੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਵਕੀਲ ਸਾਹਿਬਾਨ ਨੇ, ਭੰਗੂ ਸਰ ਨੇ, ਕਨਵੀਨਰ ਨੇ, ਉਹਨਾਂ ਨੇ 11 ਮੈਂਬਰੀ ਜਿਹੜੀ ਆ ਉਹ ਟੀਮ ਬਣਾ ਦਿੱਤੀ ਗਈ ਆ। 11 ਵਕੀਲ ਸਾਹਿਬਾਨ ਨੇ ਦਿੱਲੀ ਦੇ, ਉਹਨਾਂ ਦੇ ਕੰਟੈਕਟ ਨੰਬਰ ਸ਼ੇਅਰ ਕਰ ਦਿੱਤੇ ਗਏ ਆ, ਉਹਨਾਂ ਦੇ ਪੇਜ ਤੇ ਵੀ ਪਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਤੇ। ਅਸੀਂ ਜਿੰਨੇ ਵੀ ਉਸ ਟੀਮ ਦਾ ਹਿੱਸਾ, ਅਸੀਂ ਵੀ ਸਾਰਿਆਂ ਨੇ ਆਪਣੇ ਮਤਲਬ WhatsApp ਤੇ Facebook ਤੇ ਸ਼ੇਅਰ ਕੀਤਾ ਇਸ ਚੀਜ਼ ਨੂੰ। ਉਹਦੇ ਵਿੱਚ ਇਹ ਕਿਹਾ ਗਿਆ ਆ ਕਿ ਕਿਸੇ ਨੂੰ ਇਹ ਨਹੀਂ ਕਿ ਕਿਸੇ ਨੂੰ ਪੁਲਿਸ ਸਟੇਸ਼ਨ ਤੋਂ ਨੋਟਿਸ ਆਉਂਦਾ ਆ ਜਾਂ ਸਾਈਬਰ ਕ੍ਰਾਈਮ ਵਾਲਿਆਂ ਤੋਂ ਆਉਂਦਾ ਆ, ਜੇ NIA ਕਿਸੇ ਤੋਂ ਵੀ ਨੋਟਿਸ ਆਉਂਦਾ ਆ, ਸਭ ਤੋਂ ਪਹਿਲਾਂ ਉਹ ਨੋਟਿਸ ਜਿਹੜੇ ਸਾਡੀ ਇਹ ਟੀਮ ਬਣੀ ਹੋਈ ਆ, 11 ਮੈਂਬਰੀ ਟੀਮ ਜਿਹੜੀ ਹੁਣ ਬਣਾਈ ਆ ਸੰਯੁਕਤ ਕਿਸਾਨ ਮੋਰਚੇ ਨੇ, ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਨੋਟਿਸ WhatsApp ਕਰੋ। ਫਿਰ ਉਹ ਤੁਹਾਨੂੰ ਗਾਈਡ ਕਰਨਗੇ ਕਿ ਤੁਸੀਂ ਇੱਦਾਂ ਹੀ ਜਾਣਾ ਆ ਕਿ ਜਾਂ ਤੁਹਾਡੀ ਕੋਈ ਐਂਟੀਸਪੇਟਰੀ ਬੇਲ ਕਰਾਈਏ ਪਹਿਲਾਂ, ਫਿਰ ਤੁਸੀਂ ਜੁਆਇਨ ਕਰਨਾ ਆ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਵਧੀਆ ਪਹਿਲ ਕਦਮ ਚੱਕਿਆ ਕਿ ਕਿਸੇ ਤਰ੍ਹਾਂ ਦਾ ਕਿਸੇ ਨੂੰ ਵੀ ਨੋਟਿਸ ਆਉਂਦਾ ਆ, ਚਾਹੇ ਉਹ ਦਿੱਲੀ ਦਾ ਚਾਹੇ ਕਿਤੇ ਦਾ ਵੀ ਆ, ਸਭ ਤੋਂ ਪਹਿਲਾਂ ਉਹ ਇਹਨਾਂ ਮੈਂਬਰ ਸਾਹਿਬਾਨ ਨੂੰ ਚੈੱਕ ਕਰਾਓ, ਜਿਹੜੀ 11 ਮੈਂਬਰੀ ਕਮੇਟੀ ਬਣੀ ਆ। ਉਸ ਤੋਂ ਬਾਅਦ ਜਾ ਕੇ ਫਰਦਰ ਜੋ ਵੀ ਡਿਸੀਜਨ ਲਊਗਾ ਵਕੀਲ ਸਾਹਿਬ ਦੱਸਣਗੇ, ਤਾਂ ਉਹ ਪਰਸਨ ਉਹੀ ਆ ਕੰਮ ਕਰੂਗਾ ਜੋ ਵਕੀਲ ਸਾਹਿਬ ਦੱਸਣਗੇ ਉਹਨਾਂ ਨੂੰ। ਤੇ ਬਾਈ ਜੀ, ਇਸ ਵੇਲੇ ਤੁਸੀਂ ਪੰਜਾਬ ਵਿੱਚ ਆਏ ਹੋਏ ਹੋ, ਤੇ ਪੰਜਾਬ ਦੀ ਹੁਣ ਜੇ ਗੱਲ ਕਰੀਏ ਕਿ ਜਿਹੜੇ ਤੁਹਾਡੀ ਟੀਮ ਬਣੀ ਆ, ਤੁਹਾਡੀ ਵਕੀਲਾਂ ਦੀ ਜਿਹੜੀ ਟੀਮ ਬਣੀ ਆ, ਹੁਣ ਇਸ ਵੇਲੇ ਉੱਥੇ ਕਿੰਨੇ ਲੋਕ ਕੰਮ ਕਰਦੇ ਪਏ ਨੇ? ਉੱਥੇ ਐਟ ਪ੍ਰੈਜ਼ੈਂਟ ਇੱਦਾਂ ਕਿ ਹੈਲਪ ਡੈਸਕ ਦੇ ਉੱਤੇ ਕਈ ਵਾਰੀ 2 ਵੀ ਵਕੀਲ ਸਾਹਿਬਾਂ ਬੈਠਦੇ ਆ, 1 ਵੀ ਬੈਠਦੇ ਆ, ਤੇ ਸਾਡੇ ਜਿਹੜੇ ਕੰਟੈਕਟ ਨੰਬਰ ਆ ਸਿੰਘੂ ਬਾਰਡਰ ਦੇ ਉੱਤੇ ਡਿਸਪਲੇ ਕਰ ਦਿੱਤੇ ਗਏ ਆ। ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਨੇ ਕੋਈ ਮੁਲਾਕਾਤ ਆਪਣੇ ਪਰਸਨ ਨਾਲ ਕਰਨੀ ਆ, ਜਿਹੜਾ ਬੰਦਾ ਜੇਲ੍ਹ ਵਿੱਚ ਆ, ਤੇ ਉਹਦੇ ਲਈ ਸਾਨੂੰ ਕਾਲ ਕਰ ਦਿੰਦੇ ਆ, ਤੇ ਅਸੀਂ ਉਹਨਾਂ ਕੋਲ ਉਹਨਾਂ ਦਾ ਆਧਾਰ ਕਾਰਡ ਦੀ ਕਾਪੀ ਵਗੈਰਾ ਡਿਟੇਲ ਵਾਲਾ ਮੰਗਵਾ ਲਈ ਦੀ ਆ। ਤੇ ਕਿਉਂਕਿ ਜਿਹੜੀ ਡਿਟੇਲ ਆ ਸਾਰਿਆਂ ਦੀ, ਸਾਡੇ ਸਾਰਿਆਂ ਦੇ ਕੋਲ ਇੱਕ WhatsApp ਦਾ ਗਰੁੱਪ ਬਣਿਆ ਹੋਇਆ ਹੈ, ਐਡਵੋਕੇਟ ਫॉर ਫਾਰਮਰਸ, ਉਹਦੇ ਵਿੱਚ ਸ਼ੇਅਰ ਕੀਤੀ ਗਈ ਆ। ਤੇ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਤਕਲੀਫ ਆਉਂਦੀ ਆ, ਉਹ ਸਾਡੇ ਲਈ ਕਾਲ ਕਰਕੇ ਸਾਨੂੰ ਦੱਸ ਦਿੰਦੇ ਆ, ਤੇ ਅਸੀਂ ਜੋ ਵੀ ਜਾਣਕਾਰੀ ਸਾਡੇ ਤੋਂ ਚਾਹੁੰਦੇ ਆ, ਅਸੀਂ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਆ। ਜੇ ਉਹ ਚਾਹੁੰਦੇ ਕਿ ਅਸੀਂ ਮੁਲਾਕਾਤ ਕਰਨੀ ਆ, ਸਾਨੂੰ ਤੁਸੀਂ ਤਿਹਾੜ ਜੇਲ੍ਹ ਵਿੱਚ ਜਿਹੜੀ ਵੀ ਜੇਲ੍ਹ 'ਚ ਜਾਣਾ ਆ, ਉਹਨੇ ਅਪੁਆਇੰਟਮੈਂਟ ਬੁੱਕ ਕਰ ਦਿਓ, ਅਸੀਂ ਉਹਨਾਂ ਦੀ ਮੁਲਾਕਾਤ ਵੀ ਬੁੱਕ ਕਰਕੇ ਉਹਨਾਂ ਨੂੰ ਦੱਸ ਦਿੱਤਾ ਵੀ ਤੁਹਾਡੀ ਕੱਲ੍ਹ ਜਾਂ ਪਰਸੋਂ ਨੂੰ ਮੁਲਾਕਾਤ ਹੋਣੀ ਆ, ਤੇ ਪੇਰੈਂਟਸ ਜਾ ਕੇ ਆਪਣੇ ਬੱਚਿਆਂ ਨੂੰ ਮਿਲ ਸਕਦੇ ਆ ਜਿਨ੍ਹਾਂ ਦੀ ਹਲੇ ਜ਼ਮਾਨਤਾਂ ਨਹੀਂ ਹੋਈਆਂ। ਜੀ। ਤੇ ਹੁਣ ਗੱਲ ਕਰਦੇ ਹਾਂ ਹੀਅਰਿੰਗ ਦੀ, ਕਿ ਜਦੋਂ ਇਹਨਾਂ ਸਾਰੇ ਕੇਸਿਸ ਦੇ ਉੱਤੇ ਹੀਅਰਿੰਗ ਹੁੰਦੀ ਹੈ, ਤੁਸੀਂ ਉੱਥੇ ਮੌਜੂਦ ਹੁੰਦੇ ਹੋ ਜਾਂ ਫਿਰ ਕੋਈ ਹੋਰ ਟੀਮ ਮੈਂਬਰ ਹੀਅਰਿੰਗ ਦੇ ਵਿੱਚ ਪਹੁੰਚਦਾ ਹੈ? ਨਹੀਂ ਜੀ, ਮੇਰੀ ਜਿਹੜੀ ਡਿਊਟੀ ਲਾਈ ਸੀਗੀ ਸਾਡੇ ਵਕੀਲ ਸਾਹਿਬਾਨਾਂ ਨੇ, ਉਹ ਸੀਗੀ ਸਿੰਘੂ ਬਾਰਡਰ ਦੇ ਉੱਤੇ ਹੈਲਪ ਡੈਸਕ ਦੇ ਉੱਤੇ, ਜਿਨ੍ਹਾਂ ਦੇ ਇੰਚਾਰਜ ਸੀ ਸਿਮਰਜੀਤ ਕੌਰ ਗਿੱਲ ਮੈਮ। ਤੇ ਜਿਹੜੇ ਹੀਅਰਿੰਗ ਦੇ ਵਿੱਚ ਪੇਸ਼ ਹੋ ਰਹੇ ਸੀ, ਜਿੰਨੇ ਵੀ ਸੀਨੀਅਰ ਵਕੀਲ ਸਾਹਿਬਾਨ ਨੇ ਸੀਗੇ, ਸਾਡੇ ਅਮਰਵੀਰ ਸਿੰਘ ਭੁੱਲਰ ਜੀ ਜਾਂ ਹੋਰ ਵੀ ਮਤਲਬ ਹਾਕਮ ਸਿੰਘ ਜੀ, ਨਵਕਿਰਨ ਸਰ, RS ਬੈਂਸ ਸਰ, ਜਿੰਨੇ ਵੀ ਸੀਨੀਅਰ ਵਕੀਲ ਸਾਹਿਬ ਨੇ, ਕਿਉਂਕਿ ਕਿਤੇ ਆਨਲਾਈਨ ਹੀਅਰਿੰਗ ਸੀਗੀ, ਤਾਂ ਉਹ ਸਾਰੇ ਆਰਗਿਊ ਸਾਡੇ ਸੀਨੀਅਰ ਵਕੀਲ ਹੀ ਕਰਦੇ ਸੀਗੇ। ਉਹਦੇ ਵਿੱਚ ਮੈਨੂੰ ਹੀਅਰਿੰਗ 'ਚ ਕਿਸੇ ਵੀ ਹੀਅਰਿੰਗ 'ਚ ਨਹੀਂ ਪੇਸ਼ ਹੋਣ ਦਾ ਮੌਕਾ ਮਿਲਿਆ ਜੀ। ਤੇ ਹੁਣ ਗੱਲ ਕਰਦੇ ਹਾਂ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਗੱਲਬਾਤ ਫਿਲਹਾਲ ਦੀ ਕੜੀ ਬੰਦ ਹੋਈ ਹੈ, ਤੇ ਹਜੇ ਕੋਈ ਵੀ ਸਾਨੂੰ ਪਹਿਲ ਨਜ਼ਰ ਨਹੀਂ ਆ ਰਹੀ। ਪਿਛਲੇ ਕਾਫੀ ਸਮੇਂ ਤੋਂ ਮੋਦੀ ਸਰਕਾਰ ਜਿਹੜੀ ਸੀ ਉਹ ਚੁੱਪ ਬੈਠੀ ਹੋਈ ਸੀ, ਪਰ ਪਿੱਛੇ 2-3 ਵਾਰੀ ਮੋਦੀ ਜੀ ਨੇ ਬਿਆਨ ਦਿੱਤੇ ਨੇ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਪਰ ਕਿਸਾਨ ਜਥੇਬੰਦੀਆਂ ਹਜੇ ਕਿਤੇ ਵੀ ਸਾਨੂੰ ਤਿਆਰ ਨਹੀਂ ਦਿਖ ਰਹੀਆਂ। ਉਸ ਦਾ ਇੱਕ ਤਾਂ ਕਾਰਨ ਦੱਸੋ, ਔਰ ਦੂਜੀ ਗੱਲ ਇਹ ਹੈ ਕਿ ਜੇਕਰ ਹੁਣ ਗੱਲਬਾਤ ਸ਼ੁਰੂ ਹੁੰਦੀ ਵੀ ਹੈ, ਤੇ ਕਿਉਂਕਿ ਤੁਸੀਂ ਵਿਚਕਾਰ ਹੋ ਉਹਨਾਂ ਦੇ ਇਸ ਵੇਲੇ, ਤੇ ਕੀ ਲੱਗਦਾ ਹੈ ਕਿ ਗੱਲਬਾਤ ਕਿਵੇਂ ਸ਼ੁਰੂ ਹੋਵੇਗੀ? ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਗੱਲਬਾਤ ਦੀ, ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ, ਉਹ ਸਭ ਤੋਂ ਪਹਿਲਾਂ ਇਹੀ ਚਾਹੁੰਦਾ ਕਿ ਜਿੰਨੀਆਂ ਨਜਾਇਜ਼ FIR ਹੋਈਆਂ ਆ ਸਾਡੇ ਕਿਸਾਨਾਂ ਤੇ, ਨੌਜਵਾਨਾਂ ਤੇ ਜਾਂ ਬੱਚਿਆਂ ਤੇ, ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਖਾਰਜ ਕੀਤਾ ਜਾਵੇ। ਕਿਉਂਕਿ ਹਲੇ ਜੇ ਗੱਲ ਕਰੀਏ ਇਕੱਲੀਆਂ ਬੇਲਾਂ ਹੋਈਆਂ, ਪਰ ਜਿਹੜੇ ਕੇਸ ਆ ਉਹ ਹਲੇ ਸਾਡੇ ਸਿਰ ਦੇ ਉੱਤੇ ਤਲਵਾਰ ਵਾਂਗੂ ਮੰਡਰਾ ਰਹੇ ਆ। ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਇਹੀ ਚਾਹੁੰਦਾ ਆ ਕਿ ਸਭ ਤੋਂ ਪਹਿਲਾਂ ਇਹ FIR ਜਿੰਨੀਆਂ ਸਾਡੇ ਤੇ ਹੋਈਆਂ, ਇਹਨਾਂ ਨੂੰ ਖਤਮ ਕੀਤਾ ਜਾਵੇ। ਅਗਲੀ ਗੱਲਬਾਤ ਆਪਾਂ ਫੇਰ ਕਰਾਂਗੇ, ਜੋ ਹੁਣ ਤੱਕ ਦੀ ਇਹਨਾਂ ਦੀ ਪਲੈਨਿੰਗ ਆ। ਬਾਕੀ ਜੋ ਵੀ ਆ ਉਹ ਖੁਦ ਆਪਣੇ ਅਕੋਰਡਿੰਗ ਜ਼ਿਆਦਾ ਸਾਰੇ ਸੀਨੀਅਰ ਆਗੂ ਨੇ, ਜੋ ਵੀ ਸੰਯੁਕਤ ਕਿਸਾਨ ਮੋਰਚੇ ਦੇ ਜੋ ਵੀ ਡਿਸੀਜਨ ਲੈਣਗੇ ਉਹ ਸਾਰਿਆਂ ਦੇ ਸਿਰ ਮੱਥੇ ਆਊਗਾ, ਤੇ ਆਪਾਂ ਸਾਰਿਆਂ ਉਹਦੇ ਨਾਲ ਬੰਦੇ ਹੋਏ ਆ ਜੀ। ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਉਹ ਸਹੀ ਹੀ ਕਰਨਗੇ ਸਾਡੇ ਲਈ ਜੀ। ਤੇ ਨੌਦੀਪ ਕੌਰ ਦੇ ਬਾਰੇ ਗੱਲ ਕਰਦੇ ਹਾਂ ਕਿ ਨੌਦੀਪ ਕੌਰ ਦੇ ਉੱਤੇ ਵੀ ਕੇਸਿਸ ਪਾਏ ਗਏ ਨੇ, ਤੇ ਉਸ ਨੂੰ ਵੀ ਇਸ ਅੰਦੋਲਨ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ, ਤੇ ਉਸ ਕੇਸ ਨੂੰ ਵੀ ਤੁਸੀਂ ਹੈਂਡਲ ਕਰ ਰਹੇ ਹੋ, ਤੇ ਜੇ ਕਰ ਵੀ ਰਹੇ ਹੋ ਤੇ ਹਜੇ ਤੱਕ ਉਸ ਦੇ ਵਿੱਚ ਸਾਨੂੰ ਕੀ ਸੁਣਨ ਦੇ ਵਿੱਚ ਆ ਰਿਹਾ ਜਾਂ ਕੀ ਦੇਖਣ ਦੇ ਵਿੱਚ ਆ ਰਿਹਾ ਕਿ ਕਿਹੜੇ-ਕਿਹੜੇ ਕੇਸਿਸ ਨੇ ਔਰ ਕਿਹੜੇ-ਕਿਹੜੇ ਕੇਸਿਸ ਦੇ ਵਿੱਚੋਂ ਜ਼ਮਾਨਤ ਹੋ ਚੁੱਕੀ ਹੈ? ਉਹਨਾਂ ਦੇ ਉੱਤੇ ਟੋਟਲ ਜਿਹੜੇ ਸੀਗੇ 3 ਕੇਸ ਫਾਈਲ ਕੀਤੇ ਗਏ ਸੀਗੇ। ਬਹੁਤ ਹੀ ਸੀਨੀਅਰ ਸਤਿਕਾਰਯੋਗ ਵਕੀਲ ਸਾਹਿਬ ਚੀਮਾ ਸਾਹਿਬ ਨੇ, ਉਹ ਉਹਨਾਂ ਦਾ ਜਿਹੜਾ ਕੇਸ ਆ ਉਹ ਕੰਟੈਸਟ ਕਰ ਰਹੇ ਨੇ, ਜਿਨ੍ਹਾਂ ਵਿੱਚੋਂ 2 ਵਿੱਚੋਂ ਜ਼ਮਾਨਤ ਹੋ ਗਈ ਆ, ਤੇ 1 ਕੇਸ ਹਲੇ ਉਹਦੇ ਤੇ ਪੈਂਡਿੰਗ ਆ, ਤੇ ਉਮੀਦ ਆ ਕਿ ਅਗਲੇ ਹਫਤੇ ਵਿੱਚ ਉਹਦੀ ਜ਼ਮਾਨਤ ਹੋ ਜਾਊਗੀ ਤੇ ਉਹ ਵਾਪਸ ਆਪਣੇ ਘਰ ਆ ਜਾਊਗੀ ਜੀ। ਤੇ ਹੁਣ ਜਾਂਦੇ ਸਾਡੇ ਦਰਸ਼ਕਾਂ ਨੂੰ ਜਾਂ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਕਿ ਹਜੇ ਵੀ ਇਸ ਅੰਦੋਲਨ ਦੇ ਵਿੱਚ ਹਿੱਸਾ ਨਹੀਂ ਪਾ ਰਹੇ, ਹਜੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਘਰਾਂ 'ਚ ਬੈਠੇ ਹੋਏ ਨੇ, ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ। ਜੋ ਵੀ ਮਾਹੌਲ ਆ ਬਹੁਤ ਵਧੀਆ ਮਾਹੌਲ ਆ ਉੱਥੇ, ਤੇ ਡਟੇ ਰਹੋ। ਤੇ
ਆਪਾਂ ਇਸ ਅੰਦੋਲਨ ਦੇ ਗਵਾਹ ਬਣਨਾ ਆਪਣੇ ਲਈ ਬਹੁਤ ਜ਼ਰੂਰੀ ਆ। ਜਿਹੜਾ ਵੀ ਉੱਥੇ ਜਾ ਸਕਦਾ ਉਹਨੂੰ ਉੱਥੇ ਜ਼ਰੂਰ ਜਾਣਾ ਚਾਹੀਦਾ। ਜੀ ਬਹੁਤ-ਬਹੁਤ ਧੰਨਵਾਦ ਗੌਰਵ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ ਹੋ ਤੇ ਸਾਡੇ ਦਰਸ਼ਕਾਂ ਦੇ ਨਾਲ ਇੰਨੀ ਵਧੀਆ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ, ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਜਿਹੜੇ ਲੋਕ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਵਾਸਤੇ ਕੀ ਕੀਤਾ ਜਾ ਰਿਹਾ ਹੈ ਜਾਂ ਫਿਰ ਲੋਕ ਬਾਹਰ ਕਿੱਦਾਂ ਆਉਣਗੇ। ਸੋ ਮੈਨੂੰ ਲੱਗਦਾ ਹੈ ਕਿ ਸਾਡੇ ਦਰਸ਼ਕਾਂ ਨੂੰ ਬਹੁਤ ਕਿਸੇ ਹੱਦ ਤੱਕ ਜਿਹੜਾ ਆ ਉਹ ਪਤਾ ਲੱਗ ਚੁੱਕਿਆ ਹੋਏਗਾ ਔਰ ਲੋਕਾਂ ਦੀ ਰਿਹਾਈ ਬਾਰੇ ਔਰ ਜਿਹੜੇ ਅੱਗੇ ਹੋਰ ਵੀ ਜੇਲ੍ਹਾਂ ਦੇ ਵਿੱਚ ਨੇ ਉਹ ਕਦੋਂ ਕੁ ਤੱਕ ਰਿਹਾ ਹੋ ਸਕਦੇ ਨੇ। ਸੋ ਉਹਨਾਂ ਪਰਿਵਾਰਾਂ ਤੱਕ ਵੀ ਇਹ ਜਿਹੜਾ ਮੈਸੇਜ ਪਹੁੰਚ ਗਿਆ ਹੋਏਗਾ ਕਿ ਚਿੰਤਾ ਕਰਨ ਦੀ ਲੋੜ ਨਹੀਂ ਹੈ, ਵਕੀਲਾਂ ਦੀ ਟੀਮ ਬੈਠੀ ਹੋਈ ਹੈ ਔਰ ਉਹ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਬਹੁਤ-ਬਹੁਤ ਧੰਨਵਾਦ ਗੌਰਵ ਜੀ ਸਾਡੇ ਸਟੂਡੀਓ ਵਿੱਚ ਆਉਣ ਵਾਸਤੇ। ਥੈਂਕ ਯੂ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਵੇਗੀ ਗੱਲ ਪੰਜਾਬ ਦੇ ਵਿੱਚ। ਤਦ ਤੱਕ ਤੁਸੀਂ ਦੇਖਦੇ ਰਹੋ ਸਾਡਾ ਪ੍ਰੋਗਰਾਮ ਤੇ ਮੈਨੂੰ ਯਾਨੀ ਕਿ ਪੂਜਾ ਸੰਧੂ ਨੂੰ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।